ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਦਸਮ ਗੁਰੂ ਸਾਹਿਬਾਨ, ਕਿਰਪਾ ਕਰਨਾ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਨੇ ਇੱਕ ਓਮਕਾਰ ਦਾ ਪ੍ਰਗਟਾਵਾ ਕੀਤਾ ਔਰ ਇੱਕ ਓਮਕਾਰ ਤੋਂ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੈ। ਜੋ ਜੋ ਕੁਝ ਇਸ ਤੋਂ ਬਾਅਦ ਆਏਗਾ ਇਹ ਜਾਂ ਤਾਂ ਇੱਕ ਓਮਕਾਰ ਦਾ ਵਿਸਤਾਰਾ ਹੈ, ਇੱਕ ਓਮਕਾਰ ਦੇ ਕੁਝ ਅਸੂਲਾਂ ਦੀ ਗੱਲ ਹੈ, ਇੱਕ ਓਮਕਾਰ ਦੀ ਪ੍ਰਾਪਤੀ ਦੀ ਤਾਂਘ ਹੈ, ਇੱਕ ਓਮਕਾਰ ਨੂੰ ਸਮਝਣ ਦਾ ਯਤਨ ਹੈ। ਸਾਹਿਬ ਨੇ ਆਪਣੇ ਅੰਤःਕਰਨ ਤੋਂ, ਆਕਾਸ਼ਵਾਣੀ ਤੋਂ ਜਦੋਂ ਇੱਕ ਓਮਕਾਰ ਦਾ ਪ੍ਰਗਟਾਵਾ ਕੀਤਾ ਤਾਂ ਸਾਹਿਬ ਨੂੰ ਦੁਨੀਆ ਇੱਕ ਓਮਕਾਰ ਦਾ ਹੀ ਰੂਪ ਦਿਖੀ ਹੈ। ਉਸ ਤੋਂ ਬਾਅਦ ਜਿਵੇਂ ਕਿ ਕੋਈ ਮਿਸ਼ਨ ਤੇ ਆਇਆ ਹੁੰਦਾ ਹੈ, ਆਉਣ ਵਾਲੇ ਸਮੇਂ ਵਿੱਚ ਹਜ਼ੂਰ ਮਰਦਾਨਾ ਜੀ ਨੂੰ ਲੈ ਕੇ ਨਿਕਲ ਗਏ ਨੇ, ਇੱਕ ਓਮਕਾਰ ਦੇ ਗੁਣ ਗਾਉਂਦੇ ਹੈ, ਇੱਕ ਓਮਕਾਰ ਦੀ ਗੱਲ ਕਰਦੇ ਹੈ, ਲੋਕਾਂ ਨੂੰ ਜਗਾਉਂਦੇ ਹੈ ਅਸਲੀਅਤ ਬਾਰੇ। ਜਿਵੇਂ ਕਿਸੇ ਨੇ ਕੋਈ ਅਸਲੀਅਤ ਦੇਖ ਲਈ ਹੋਏ ਤਾਂ ਦੂਸਰੇ ਨੂੰ ਸਮਝਾਉਣ ਦਾ ਯਤਨ ਕਰੇ ਔਰ ਸਮਝਾਏ ਕਿ ਜੋ ਉਹ ਸਮਝ ਰਹੇ ਹੈ ਉਹ ਆਖੋ ਦੇਖੀ ਨਹੀਂ ਹੈ। ਭੁਲੇਖੇ ਵਿੱਚ, ਭਰਮ ਵਿੱਚ ਦੁਨੀਆ ਗੁੰਮੀ ਹੋਈ ਹੈ, ਗੁਆਚੀ ਹੋਈ ਹੈ। ਪਰ ਸਾਹਿਬ ਨੂੰ ਸਭ ਇੱਕ ਓਮਕਾਰ ਦਾ ਪਸਾਰਾ ਦਿਖਿਆ ਹੈ। ਇੱਕ ਸੀਮਲੈਸ ਜੀ ਦੁਨੀਆ ਹੈ ਜਿਹਦਾ ਆਧਾਰ ਇੱਕ ਓਮਕਾਰ ਤੋਂ ਪ੍ਰਗਟ ਹੋ ਕੇ ਸਤ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਜੋ ਸਦਾ ਹੈ, ਥਿਰ ਹੈ, ਇੱਕ ਸਾਰ ਹੈ। ਇਹ ਇੱਕ ਓਮਕਾਰ ਸ੍ਰਿਸ਼ਟੀ ਦੇ ਅੰਦਰ ਹੀ, ਆਪਣੀ ਕਿਰਤ ਦੇ ਅੰਦਰ ਹੀ, ਆਪਣੇ ਕਰਤਾ ਜਿਹੜਾ ਹੈ ਇਸ ਦੁਨੀਆ ਦੇ ਅੰਦਰ ਹੀ ਸਮਾਇਆ ਹੋਇਆ ਹੈ, ਇਹਦੇ ਵਿੱਚ ਹੀ ਰਹਿੰਦਾ ਹੈ। ਤਾਂ ਇਸ ਇੱਕ ਓਮਕਾਰ ਦੀ ਗੱਲ ਮਹਾਰਾਜ ਨੇ ਸਾਨੂੰ ਸਮਝਾਈ ਕਿ ਇਹ ਸਤ ਹੈ ਜੋ ਸਮੇਂ ਤੋਂ ਪਰੇ ਹੈ, ਕਦੇ ਬਦਲਣ ਵਾਲਾ ਨਹੀਂ ਹੈ। ਉਹਦਾ ਨਾਮ ਸਦਾ ਥਿਰ ਹੈ, ਉਹਦਾ ਨਾਮ ਹਰ ਜਗ੍ਹਾ ਹੈ ਔਰ ਇਹ ਆਦ ਨਾਮ ਹੈ। ਜਦੋਂ ਕਾਲ ਨਹੀਂ ਸੀ, ਜਦੋਂ ਸਮਾਂ ਨਹੀਂ ਸੀ, ਜਦੋਂ ਦੁਨੀਆ ਨਹੀਂ ਸੀ, ਪਸਾਰਾ ਨਹੀਂ ਸੀ, ਤਾਂ ਵੀ ਉਹ ਸਤ ਸੀ, ਤਾਂ ਵੀ ਉਹਦਾ ਨਾਮ ਸੀ, ਤਾਂ ਵੀ ਉਹਦਾ ਨਾਮ ਰਹੇਗਾ, ਤਾਂ ਵੀ ਉਹ ਸਤ ਰਹੇਗਾ। ਇਸ ਸਤਨਾਮ ਨਾਲ ਜੁੜਨ ਦੀ ਵਿਧੀ ਸਾਹਿਬ ਸਾਨੂੰ ਅੱਗੇ ਸਮਝਾਉਣਗੇ, ਮਨ ਦੇ ਅਭਿਆਸ ਦੀ ਗੱਲ ਕਰਨਗੇ, ਜੀਵਨ ਨੂੰ ਜਿੱਤ ਕੇ ਜਾਣ ਵਾਸਤੇ ਪ੍ਰੇਰਨਾ ਦੇਣਗੇ, ਜੀਵਨ ਨੂੰ ਕਾਲ ਤੋਂ ਪਰੇ ਜਾਣਨ ਦੇ ਵਾਸਤੇ ਪ੍ਰੇਰਣਗੇ, ਜੀਵਨ ਦੀ ਖੰਡਾਂ ਦੀ ਗੱਲ ਕਰਨਗੇ, ਸਮਝਾਉਣਗੇ ਕਿ ਮੰਨਣਾ ਕਿੰਨਾ ਜ਼ਰੂਰੀ ਹੈ, ਸੁਣਨਾ ਕਿੰਨਾ ਜ਼ਰੂਰੀ ਹੈ। ਇਹ ਸਭ ਗੱਲ ਸਾਹਿਬ ਆਉਣ ਵਾਲੇ ਜਪਜੀ ਸਾਹਿਬ ਦੀ ਪੌੜੀਆਂ ਵਿੱਚ ਗੱਲ ਕਰਨਗੇ। ਸਤਨਾਮ ਤੋਂ ਬਾਅਦ ਕਰਤਾ ਪੁਰਖ ਦਾ ਸ਼ਬਦ ਆਉਂਦਾ ਹੈ। ਅੱਖਰੀ ਅਰਥ ਬੜੇ ਸਿੱਧੇ ਨੇ। ਜੋ ਕਰਤਾ ਹੈ, ਇਸ ਸਾਰੀ ਦੁਨੀਆ ਦਾ ਕਰਤਾ ਜੋ ਹੈ, ਉਹਦੀ ਗੱਲ, ਔਰ ਉਹ ਪੁਰਖ ਹੈ, ਇਹਦੇ ਵਿੱਚ ਹੀ ਸਮਾਇਆ ਹੈ, ਸਮੇਂ ਤੋਂ ਪਰੇ ਦਾ ਹੈ। ਇਸ ਕਰਤਾ ਪੁਰਖ ਦੀ ਗੱਲ ਨੂੰ ਸਮਝ ਲਈਏ ਕਿਉਂਕਿ ਇਹਦੇ ਵਿੱਚ ਥੋੜੇ ਕੌਨਫਲਿਕਟਸ ਹਨ ਸਾਡੇ, ਔਰ ਆਉਣ ਵਾਲੇ ਵੀ ਨੇ, ਲਾਜ਼ਮੀ ਨੇ। ਮਹਾਰਾਜ ਕਹਿੰਦੇ ਹੈ ਕਿ ਨਿਰੰਕਾਰ ਇੱਕ ਓਮਕਾਰ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਈ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।
ਤੁਧ ਬਿਨ ਦੂਜਾ ਅਵਰ ਨਾ ਕੋਈ। ਹੁਣ ਇੱਥੇ ਮੈਨੂੰ ਯਾਦ ਆਉਂਦੀ ਹੈ ਉਹ ਅਮਿਤਾ ਜੀ ਦਾ ਪ੍ਰਸ਼ਨ ਸੀਗਾ ਕੁਝ ਸਮੇਂ ਪਹਿਲੇ ਕਿ ਜੇ ਸਭ ਕੁਝ ਉਹੀ ਕਰਦਾ ਹੈ ਤਾਂ ਫਿਰ ਮੇਰੇ ਕਰਨ ਦੀ ਕੀ ਲੋੜ ਹੈ। ਬਿਲਕੁਲ ਲਾਜ਼ਮੀ ਪ੍ਰਸ਼ਨ ਹੈ, ਕਿਉਂਕਿ ਸਾਹਿਬ ਸਾਨੂੰ ਇਹ ਆਦੇਸ਼ ਕਰ ਰਹੇ ਨੇ ਕਿ ਕਰਨ ਵਾਲਾ ਇੱਕੋ ਹੀ ਹੈ, ਉਹਦੇ ਕਰਨ ਤੋਂ ਸਭ ਕੁਝ ਹੈ ਔਰ ਉਹਦੇ ਬਿਨਾਂ ਕੋਈ ਦੂਜਾ ਨਹੀਂ ਹੈ। ਤਾਂ ਫਿਰ ਮੇਰੀ ਹੋਂਦ ਕੀ ਹੈ? ਇੱਕ ਗੱਲ ਤਾਂ ਸਮਝੀਏ ਕਿ ਜਦੋਂ ਅਸੀਂ ਇੱਕ ਓਂਕਾਰ ਨੂੰ ਆਧਾਰ ਲੈ ਕੇ ਚੱਲਦੇ ਹਾਂ, ਅਗਰ ਕਿਧਰੇ ਵੀ ਦੂਜਾ ਹੋਏਗਾ, ਕਿਧਰੇ ਵੀ ਕੋਈ ਵੀ ਅਗਰ ਵਸਤੂ ਵੀ ਲੈ ਲਈਏ, ਕੋਈ ਕੁਰਸੀ ਲੈ ਲਈਏ, ਕੋਈ ਮੰਜਾ ਲੈ ਲਈਏ, ਪਰ ਅਸੀਂ ਕਹੀਏ ਕਿ ਇਹ ਦੂਸਰਾ ਹੈ, ਇਹਦੇ ਚ ਨਿਰੰਕਾਰ ਨਹੀਂ ਹੈ, ਤਾਂ ਫਿਰ ਇੱਕ ਓਮਕਾਰ ਸਤ ਨਹੀਂ ਹੈ। ਪਰ ਇੱਕ ਓਮਕਾਰ ਦਾ ਭਾਵ ਵੀ ਸਮਝਣਾ ਜ਼ਰੂਰੀ ਹੈ। ਉਸ ਤੋਂ ਸਭ ਕੁਝ ਹੈ, ਉਹ ਸਭ ਚੀਜ਼ ਦਾ ਆਧਾਰ ਹੈ, ਪਰ ਉਹ ਹਰ ਚੀਜ਼ ਵਿੱਚ ਪ੍ਰਗਟ ਸਾਹਮਣੇ ਨਹੀਂ ਹੈ। ਇਹ ਦੇਖੀ ਹੋਈ ਦੁਨੀਆ 'ਚ ਉਹ ਹਾਜ਼ਰ ਹੈ, ਪਰ ਸਾਡੀ ਨਿਗਾਹ ਵਿੱਚ ਨਹੀਂ ਹੈ। ਇਹ ਸੀਨ ਵਰਲਡ ਵਿੱਚ ਉਹ ਆਧਾਰ ਦੇ ਰੂਪ ਵਿੱਚ, ਉਹ ਫਾਊਂਡੇਸ਼ਨ ਦੇ ਰੂਪ ਵਿੱਚ ਹਰ ਜਗ੍ਹਾ ਹਾਜ਼ਰ ਹੈ, ਪਰ ਸਾਨੂੰ ਦਿਖਦਾ ਨਹੀਂ ਹੈ। ਤਾਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕਿਉਂ ਨਹੀਂ ਦਿਖਦਾ ਹੈ। ਇਹ ਵੀ ਬੁਝਾਰਤ ਕਿਉਂ ਇਨਸਾਨ ਨੂੰ ਪਈ ਹੋਈ ਹੈ ਕਿ ਨਿਰੰਕਾਰ ਦਿਖਦਾ ਹੀ ਨਹੀਂ ਹੈ। ਦੂਸਰਾ, ਮੇਰੇ ਦੇ ਨਾਲ ਕੀ ਰਿਲੇਸ਼ਨ ਹੈ? ਅਗਰ ਕਰਤਾ ਨੇ ਸਭ ਕੁਝ ਕਰਨਾ ਹੈ, ਉਸੇ ਦੇ ਕਰਨੇ ਤੋਂ ਸਭ ਕੁਝ ਹੈ, ਤਾਂ ਮੇਰਾ ਇੱਥੇ ਕੀ ਹੋਂਦ ਹੈ? ਫਿਰ ਤੇ ਮੇਰਾ ਕੁਝ ਕਰਨ ਦੀ ਲੋੜ ਨਹੀਂ ਹੈ। ਜੇ ਕਰਦਾ ਵੀ ਹਾਂ ਤੇ ਉਹਦੇ ਵਿੱਚ ਕੁਝ ਗਲਤ ਸਹੀ ਹੋਣਾ ਨਹੀਂ ਚਾਹੀਦਾ, ਕਿਉਂਕਿ ਜਦ ਮੈਂ ਕਰਦਾ ਹੀ ਨਹੀਂ, ਮੈਂ ਕਰਤਾ ਹੀ ਨਹੀਂ ਹਾਂ। ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਉਹੀ ਇੱਕ ਕਰਤਾ ਹੈ। ਸਾਹਿਬ ਸਾਨੂੰ ਇਹ ਵੀ ਆਦੇਸ਼ ਕਰਤੇ ਹੈ ਕਿ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਇਹ ਸਾਰੀ ਜਿਹੜੀ ਸ੍ਰਿਸ਼ਟੀ ਹੈ ਇਹਦੇ ਵਿੱਚ ਜੋਤ ਰੂਪ ਉਹ ਸਮਾਇਆ ਹੋ, ਔਰ ਜੋਤ ਵਿੱਚ ਹੀ ਉਹਦੇ ਸਾਰੇ ਜੀ ਜੰਤ ਉਸ ਜੋਤ ਵਿੱਚ ਹੀ ਸਮਾਏ ਹੈ, ਔਰ ਉਹਦੀ ਸ਼ਕਤੀ ਹਰ ਜਗ੍ਹਾ ਵਿਆਪਕ ਹੈ, ਉਹਦੀ ਸ਼ਕਤੀ ਹਰ ਜਗ੍ਹਾ ਹਾਜ਼ਰ ਹੈ, ਭਰਪੂਰ ਹੈ। ਦੇਖੋ, ਇਹ ਗੱਲ ਥੋੜੀ ਜਿਹੀ ਸਮਝਣੀ ਹੈ ਕਿ ਮੇਰੀ ਹੋਂਦ ਹੁਣ ਇਹਦੇ ਕੀ ਆਂਦੀ ਹੈ। ਮਹਾਰਾਜ ਕਹਿੰਦੇ ਨੇ, ਹਉਮੈ ਕਰਤਾ ਜਗ ਭੂਆ, ਗੁਰ ਬਿਨ ਘੋਰ ਅੰਧਾਰ, ਮਾਇਆ ਮੋਹ ਵਿਸਾਰਿਆ, ਸੁਖ ਦਾਤਾ ਦਾਤਾਰ। ਇਹ ਜਿਹੜਾ ਕਰਤਾ ਹੈ, ਇਹਦੇ ਵਿੱਚ ਮੈਂ ਜਿਹੜਾ ਹਉਮੈ ਕਰਕੇ ਮੇਰਾ ਨੁਕਸਾਨ ਹੈ, ਮੈਂ ਮਰਦਾ ਵਾਂ, ਮੈਂ ਮੌਤ ਨੂੰ ਦੇਖਦਾ ਵਾਂ, ਕਿਉਂਕਿ ਮੈਂ ਹਉਮੈ ਵਿੱਚ ਜੀਂਦਾ ਹਾਂ। ਉਹ ਵੀ ਦੂਜਾ ਕਰਨਾ ਹੋ ਗਿਆ। ਤਾਂ ਉਸ ਦਿਨ ਅਸੀਂ ਇਹ ਗੱਲ ਵਿਚਾਰੀ ਸੀ ਕਿ ਕਰਤਾ ਜਿਹੜਾ ਹੈ ਉਹ ਹਰ ਜਗ੍ਹਾ ਵਿਆਪਕ ਹੈ, ਉਹਦੇ ਕਰਕੇ ਸਭ ਕੁਝ ਹੈ, ਉਸ ਦੀ એનર્ਜੀ ਤੋਂ ਸਭ ਕੁਝ ਹੈ। ਇੱਕ ਤਰ੍ਹਾਂ ਸਮਝਣ ਦਾ ਤਰੀਕਾ ਸਮਝ ਲਈਏ, ਉਸ ਦੀ ਸ਼ਕਤੀ ਤੋਂ ਸਾਰਾ ਕੁਝ ਹੈ। ਤਾਂ ਉਹ ਫਾਊਂਡੇਸ਼ਨ ਹੈ, ਉਹ ਸਾਰਾ ਜੀਵਨ ਦਾ ਆਧਾਰ ਹੈ। ਪਰ ਜਿਵੇਂ ਅਸੀਂ ਉਸ ਦਿਨ ਆਨੰਦ ਸਾਹਿਬ ਦੀ ਬਾਣੀ 'ਚ ਗੁਰੂ ਅਮਰਦਾਸ ਦੇ ਸ਼ਬਦਾਂ ਨੂੰ ਵਿਚਾਰਿਆ ਸੀ, ਮਾਇਆ ਅਗਨ ਦੋਏ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਕਿ ਜਿਵੇਂ ਮਾਤਾ ਦੇ ਗਰਭ ਵਿੱਚ ਗਰਮੀ ਗਰਮਾਇਸ਼ ਜਿਹੜੀ ਅਗਨੀ ਹੈ ਸਾਨੂੰ ਪਾਲਦੀ ਹੈ, ਪ੍ਰੋਟੈਕਟ ਕਰਦੀ ਹੈ, ਸਾਨੂੰ ਨਰਚਰ ਕਰਦੀ ਹੈ, ਇਵੇਂ ਮਾਇਆ ਵੀ ਦੁਨੀਆ ਵਿੱਚ ਸਾਡੇ ਵਿਚਰਨ ਦੀ, ਸਾਡੇ ਐਕਟਿਵ ਰਹਿਣ ਦੀ, ਸਾਡੇ ਪ੍ਰੈਕਟੀਕਲ ਜੀਵਨ ਵਾਸਤੇ ਇੱਕ ਵਿਵਹਾਰਕ ਟੂਲ ਹੈ, ਇੱਕ ਜ਼ਰੀਆ ਹੈ। ਔਰ ਉਸ ਮਾਇਆ ਨਾਲ ਅਸੀਂ ਹਉਮੈ ਦੇ ਥਰੂ ਖੇਡਦੇ ਹਾਂ। ਤਾਂ ਹੁਣ ਇਹ ਇੱਕ ਸੈਪਰੇਟ ਫਰੇਮ ਆਫ ਬੀਇੰਗ ਹੋ ਗਿਆ, ਜਿਹਦੇ ਵਿੱਚ ਕਾਲ ਹੈ, ਸਮਾਂ ਹੈ, ਮੌਤ ਹੈ, ਜਿਹਦੇ ਰੂਲਸ ਕੁਝ ਅਲੱਗ ਨੇ, ਜਿੱਥੇ ਸਭ ਸੰਸਾਰ ਹੈ, ਸਾਰਾ ਕੁਝ ਚੱਲਦਾ ਰਹਿੰਦਾ ਹੈ, ਫਿਰ ਕੁਝ ਨਹੀਂ ਰਹਿੰਦਾ, ਹਰ ਇੱਕ ਚੀਜ਼ ਮੂਵਮੈਂਟ ਵਿੱਚ ਹੈ। ਕੋਈ ਵੀ ਪਦਾਰਥ ਹੈ ਉਹ ਮੂਵਮੈਂਟ ਵਿੱਚ ਹੈ, ਉਹਦੇ ਆਪਣੇ ਰੂਲਸ ਨੇ, ਉਸ ਰੂਲਸ ਦੇ ਹਿਸਾਬ ਨਾਲ ਸਾਰੀ ਦੁਨੀਆ ਚੱਲਦੀ ਹੈ। ਇਸ ਹਉਮੈ ਦੇ ਵਿੱਚ ਮੈਂ ਆ ਜਾਂਦਾ ਹਾਂ,
ਹੁਣ ਮੇਰਾ ਔਰ ਕਰਤੇ ਦਾ ਕੀ ਰਿਸ਼ਤਾ ਹੈ, ਇਹਨੂੰ ਜਾਣਨਾ ਜ਼ਰੂਰੀ ਹੈ, ਕਿਉਂਕਿ ਕਰਤਾ ਸਿਰਫ ਉਹੀ ਹੈ, ਮੇਰੀ ਹੋਂਦ ਉਹਦੇ ਕਰਕੇ ਹੈ, ਪਰ ਇਸ ਹਉਮੈ ਦੀ ਹੋਂਦ ਸਦਾ ਲਈ ਨਹੀਂ ਹੈ। ਕਰਤਾ ਸਦਾ ਲਈ ਹੈ, ਜੋ ਮੇਰਾ ਹਿੱਸਾ ਕਰਤੇ ਦੇ ਨਾਲ ਜੁੜਿਆ ਹੈ, ਕਰਤਾਰ ਨਾਲ ਜੁੜਿਆ ਹੈ, ਉਹ ਸਦਾ ਲਈ ਹੈ, ਪਰ ਹਉਮੈ ਸਦਾ ਲਈ ਨਹੀਂ ਹੈ। ਜਿਵੇਂ ਮੈਂ ਕੋਈ ਕੱਪੜੇ ਪਾ ਲੈਂਦਾ, ਉਹ 1 ਦਿਨ 2 ਦਿਨ 4 ਦਿਨ 6 ਦਿਨ 1 ਸਾਲ 2 ਸਾਲ ਲਈ ਹਨ, ਪਰ ਸਰੀਰ ਲੰਬੇ ਸਮੇਂ ਲਈ ਹੈ। ਇਸੇ ਤਰ੍ਹਾਂ ਹਉਮੈ ਨੂੰ ਕੱਪੜਾ ਸਮਝ ਲਈਏ, ਜਿਹੜਾ ਅਸੀਂ ਜੀਵਨ ਦੇ ਵਿੱਚ ਪਾ ਕੇ ਵਿਚਰਦੇ ਹਾਂ, ਜੀਵਨ ਵਿੱਚ ਵਿਵਹਾਰ ਕਰਦੇ ਹਾਂ, ਡੀਲ ਕਰਦੇ ਹਾਂ, ਟ੍ਰਾਂਜੈਕਟ ਕਰਦੇ ਹਾਂ, ਪਰ ਉਹ ਹਉਮੈ ਸਦਾ ਲਈ ਨਹੀਂ ਹੈ। ਜੀ ਜੰਤ ਨੇ ਸਾਰੇ, ਅੰਡਜ ਜੇਰਜ ਸੇਤਜ ਕੀਨੀ, ਅੰਡੇ ਤੋਂ, ਗਰਭ ਤੋਂ, ਰੈਪਟੀਲੀਅਨਸ, ਜਿਤਨੀ ਵੀ ਕ੍ਰੀਏਸ਼ਨ ਵਿੱਚ ਜੀ ਜੰਤ ਨੇ, ਉਹਨਾਂ ਦੀ ਆਪਣੀ ਹੋਂਦ ਹੈ, ਉਹ ਸਭ ਉਸ ਤੋਂ ਹੀ ਉਜਾਗਰ ਹਨ। ਉਹਨਾਂ ਦੀ ਆਪਣੀ ਕ੍ਰੀਏਸ਼ਨ ਹੈ, ਆਪਣੀ ਕ੍ਰੀਏਟੀਵਿਟੀ ਹੈ, ਆਪਣੇ ਵਿਵਹਾਰ ਨੇ। ਤਾਂ ਇਹ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਸਾਰੀ ਜੀ ਜੰਤੂਆਂ ਨੂੰ ਜੋੜਦੀ ਹੈ? ਫਰਜ਼ ਕਰੋ ਆਪਨੇ ਕੋਈ ਬਿੱਲੀ ਪਾਲੀ ਜਾਂ ਕੁੱਤਾ ਪਾਲਿਆ, ਤਾਂ ਉਹਦੇ ਵਿੱਚ ਇਮੋਸ਼ਨਸ ਹਨ। ਜੋ ਉਸ ਨੂੰ ਦਰਦ ਮਹਿਸੂਸ ਹੁੰਦਾ ਹੈ, ਉਹੀ ਦਰਦ ਸਾਨੂੰ ਮਹਿਸੂਸ ਹੁੰਦਾ ਹੈ। ਜਦੋਂ ਉਹ ਖੁਸ਼ ਹੁੰਦਾ ਹੈ, ਆਨੰਦ ਵਿੱਚ ਹੁੰਦਾ ਹੈ, ਉਸ ਤਰ੍ਹਾਂ ਅਸੀਂ ਵੀ ਆਨੰਦ ਵਿੱਚ ਹੁੰਦੇ ਹਾਂ। ਤਾਂ ਇਹ ਹੁਣ ਇਹਨਾਂ ਜੀ ਜੰਤੂਆਂ ਦੇ ਵਿੱਚ ਇਮੋਸ਼ਨਸ ਜਿਹੜੀਆਂ ਨੇ, ਭਾਵਨਾ ਜਿਹੜੀ ਹੈ, ਇਹ ਇੱਕ ਕਾਮਨ ਪਲੇਟਫਾਰਮ ਹੋ ਗਈ। ਇਹ ਫਰਕ ਨਹੀਂ ਹੈ। ਮੈਂ ਅਗਰ ਕਿਸੇ ਇਨਸਾਨ ਨਾਲ ਡੀਲ ਕਰਨਾ ਹੈ ਜਾਂ ਜਿਹਨੂੰ ਜਾਣਨਾ ਹੈ, ਉਹਦੀ ਭਾਸ਼ਾ ਮੈਂ ਨਹੀਂ ਜਾਣਦਾ, ਉਹ ਕਿੱਥੋਂ ਆ ਮੈਂ ਨਹੀਂ ਜਾਣਦਾ, ਪਰ ਉਹਦੇ ਦਰਦ ਨੂੰ ਮਹਿਸੂਸ ਕਰ ਸਕਦਾ। ਜੇ ਉਹਦੇ ਅੱਖਾਂ ਵਿੱਚ ਦਰਦ ਦੇ ਅਥਰੂ ਆਉਣਗੇ ਤਾਂ ਮੈਂ ਜਾਣ ਲਵਾਂਗਾ, ਮੈਨੂੰ ਜ਼ਬਾਨ ਦੀ ਲੋੜ ਨਹੀਂ ਹੈ। ਬਾਦਫਾ ਅਗਰ ਮਿਊਜ਼ਿਕ ਦੇ ਜ਼ਰੀਏ ਤੋਂ ਕੋਈ ਗਾਏ ਕਿਸੇ ਵੀ ਭਾਸ਼ਾ ਵਿੱਚ, ਉਹਦੀ ਖੁਸ਼ੀ ਜਾਂ ਦਰਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਬਿਨਾਂ ਉਸ ਭਾਸ਼ਾ ਨੂੰ ਜਾਣੇ, ਕਿਉਂਕਿ ਇਮੋਸ਼ਨ ਜਿਹੜੀ ਕੈਰੀ ਕਰਦੇ ਆ, ਔਰ ਇਮੋਸ਼ਨਸ ਕਾਮਨ ਹੈਗੇ। ਤਾਂ ਅੰਗਰੇਜ਼ੀ 'ਚ ਅਸੀਂ ਕਹਿੰਦੇ ਆ ਇਮੋਸ਼ਨਸ ਆਰ ਦ ਲੰਗ ਆਫ ਲਾਈਫ। ਜੀਵਨ ਦੇ ਜਿਹੜੇ ਲੰਗਸ ਨੇ, ਜਿਨ੍ਹਾਂ ਨਾਲ ਫੇਫੜੇ ਨੇ, ਜਿਨ੍ਹਾਂ ਨਾਲ ਜੀਵਨ ਚੱਲਦਾ ਹੈ, ਉਹ ਭਾਵਨਾ ਹੈ। ਭਾਵਨਾ ਸਾਡੀ ਸ਼ਕਤੀ। ਕਿਵੇਂ ਕਿਸੇ ਨੂੰ ਗੁੱਸਾ ਆਉਂਦਾ ਹੈ, ਅਸੀਂ ਕਹਿੰਦੇ ਆ ਇਤਨਾ ਗੁੱਸਾ ਆ ਗਿਆ, 10 ਲੋਕਾਂ ਦਾ ਇਹਦੇ ਵਿੱਚ ਜ਼ੋਰ ਆ ਗਿਆ। ਭਾਵਨਾ ਜਿਹੜੀ ਹੈ, ਇਮੋਸ਼ਨਸ ਆਫ ਐਂਗਰ ਚਾਰਜ ਕਰ ਗਈ ਸਾਨੂੰ। ਇਸੇ ਤਰ੍ਹਾਂ ਕਿਸੇ ਨਾਲ ਅਸੀਂ ਪ੍ਰੇਮ ਕਰੀਏ, ਕੋਈ ਸਾਡਾ ਸੱਕਾ ਸੰਬੰਧੀ ਹੋਏ, ਕੋਈ ਵੀ ਹੋਏ ਜਿਹਦੇ ਨਾਲ ਗਹਿਨ ਪ੍ਰੇਮ ਕਰਦੇ ਆ, ਜੇ ਉਹਨੂੰ ਨੁਕਸਾਨ ਹੋਏਗਾ ਮੈਨੂੰ ਦਰਦ ਲੱਗੇਗਾ, ਕਿਉਂਕਿ ਸਾਡੀ ਇਮੋਸ਼ਨਸ ਇਨਵੈਸਟਡ ਨੇ। ਇਹ ਬਾਈਂਡਿੰਗ ਫੋਰਸ ਹੈ, એનર્ਜੀ ਹੈ, ਬਾਈਂਡਿੰਗ એનર્ਜੀ ਹੈ, ਬੰਦੀ ਹੈ ਸਾਨੂੰ। ਜੇ ਇਸ ਤਰ੍ਹਾਂ ਆਪ ਵਿਚਾਰੋ ਤੇ ਸਾਡਾ ਜੀਵਨ ਜੋ ਚੱਲਦਾ ਹੈ ਉਹ ਬਹੁਤ ਇਮੋਸ਼ਨਸ ਦੇ ਨਾਲ ਬੰਨਿਆ ਹੋਇਆ। ਪਰਿਵਾਰ ਜਿਹੜਾ ਹੈ ਉਹ ਇਮੋਸ਼ਨਸ ਦੇ ਨਾਲ ਬੰਨਿਆ ਹੋਇਆ। ਜਦੋਂ ਅਸੀਂ ਇਮੋਸ਼ਨਸ ਹਟਾ ਦਿਆਂਗੇ ਤੇ ਪਰਿਵਾਰ ਟੁੱਟ ਜਾਏਗਾ। ਮਹਾਰਾਜ ਨੇ ਸਾਨੂੰ ਜਪਜੀ ਸਾਹਿਬ ਵਿੱਚ ਸਮਝਾਇਆ ਵੀ ਹੈ। ਪੁਰਾਤਨ ਸਮੇਂ ਵਿੱਚ ਇਹ ਗੱਲ ਹੁੰਦੀ ਸੀ ਕਿ ਸੰਸਕ੍ਰਿਤ ਭਾਸ਼ਾ ਜਿਹੜੀ ਹੈ ਉਹ ਰੱਬ ਦੀ ਭਾਸ਼ਾ ਹੈ। ਤਾਂ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਭਾਖਿਆ ਭਾਵ ਅਪਾਰ, ਔਰ ਭਾਵਨਾ ਨੂੰ ਇੱਕ ਨੈਸੈਸਰੀ ਇਨਵੈਸਟਮੈਂਟ ਜਾਣਿਆ ਹੈ ਗੁਰਮਤ ਮਾਰਗ ਵਿੱਚ ਵੀ। ਭਾਈ ਗੁਰਦਾਸ ਨੇ ਵੀ ਸਾਨੂੰ ਸਮਝਾਇਆ ਹੈ, ਅਸੀਂ ਜਾਣਦੇ ਹਾਂ, ਅਸੀਂ ਉਹਦੇ ਬਾਰੇ 2-3 ਵਾਰੀ ਵਿਚਾਰ ਕੀਤੇ ਵੀ ਨੇ। ਜਪਜੀ ਸਾਹਿਬ ਵਿੱਚ ਵੀ ਮਹਾਰਾਜ 3-4 ਵਾਰੀ ਗੱਲ ਕਰਦੇ ਹੈ, ਜਤ ਪਾਰ ਆਦਿ ਪੌੜੀ ਵਿੱਚ ਵੀ ਕਰਦੇ ਹੈ। ਤਾਂ ਇਹ ਗੱਲ ਥੋੜੀ ਜਾਣਨੀ ਜ਼ਰੂਰੀ ਹੈ ਕਿ ਕਰਤਾ ਜਿਹੜਾ ਹੈ ਉਹਦੇ ਨਾਲ ਅਸੀਂ ਇਮੋਸ਼ਨਸ ਨਾਲ ਇਨ ਟੱਚ ਹੁੰਦੇ ਹਾਂ। ਜੇ ਕੋਈ ਇਨਸਾਨ ਗਹਿਨ ਰੂਪ ਵਿੱਚ ਰੋਏਗਾ ਤਾਂ ਉਹ ਆਪਣੀ ਇਮੋਸ਼ਨਸ ਦੇ ਨਾਲ ਟੱਚ ਵਿੱਚ ਹੋਏਗਾ, ਔਰ ਉਹ ਇੱਕ ਤਰੀਕਾ ਹੈ ਨਿਰੰਕਾਰ ਨਾਲ ਟੱਚ ਰਹਿਣ ਦਾ। ਅਗਰ ਅਸੀਂ ਆਪਣੇ ਇਮੋਸ਼ਨਸ ਨੂੰ ਆਪ ਡਿਨਾਈ ਕਰਾਂਗੇ
ਤਾਂ ਫਿਰ ਅਸੀਂ ਅਧਿਆਤਮ ਦੇ ਮਾਰਗ ਵਿੱਚ ਪ੍ਰੋਗਰੈਸ ਨਹੀਂ ਕਰ ਸਕਦੇ ਜ਼ਿਆਦਾ। ਬਦਫਾ ਲੋਕ ਜੋ ਦੁੱਖ ਦਿੰਦੇ ਨੇ ਦੂਸਰਿਆਂ ਨੂੰ, ਜਿਨ੍ਹਾਂ ਨੂੰ ਸੈਡਿਸਟ ਕਿਹਾ ਜਾਂਦਾ ਹੈ, ਉਹ ਇਸੇ ਤਰ੍ਹਾਂ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਹਰਟ ਉਹਨਾਂ ਦੀ ਜਿਹੜੀ ਹੁੰਦੀ ਹੈ ਉਹ ਪ੍ਰੋਸੈਸ ਨਹੀਂ ਹੁੰਦੀ, ਉਹ ਅਨਪ੍ਰੋਸੈਸਡ ਮਾਈਂਡ ਵਿੱਚ ਰਹਿੰਦੀ ਹੈ, ਤੇ ਫਿਰ ਉਹ ਹਰਟ ਕਰਕੇ ਉਹ ਦੂਸਰਿਆਂ ਨੂੰ ਦੁੱਖ ਦਿੰਦੇ ਆ। ਉਸ ਹਰਟ ਨੂੰ ਛਿਪਾਉਣ ਵਾਸਤੇ, ਆਪਣੇ ਅੰਤਰ ਦੀ ਦਰਦ ਨੂੰ ਨਾ ਦੇਖਣ ਵਾਸਤੇ ਉਹ ਬਾਹਰ ਲੋਕਾਂ ਨੂੰ ਦੁੱਖ ਦਿੰਦੇ ਆ। ਕਈ ਲੋਕ ਹੋਏ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਕੁਝ ਲਾਭ ਨਹੀਂ ਹੋਇਆ, ਪਰ ਦੂਜਿਆਂ ਨੂੰ ਦੁੱਖ ਦੇ ਕੇ ਉਹਨਾਂ ਨੂੰ, ਕਈ ਪਰਸਨੈਲਿਟੀਜ਼ ਹਨ ਦੁਨਿਆਵੀ ਪੱਧਰ ਤੇ, ਜਾਂ ਤਾਂ ਅਸੀਂ ਉਹਨਾਂ ਨੂੰ ਮੰਨਾਂਗੇ ਜਿਹੜੇ ਬਹੁਤ ਸਾਨੂੰ ਦੁੱਖ ਦਿੰਦੇ ਆ, ਬਹੁਤ ਸਾਡੇ ਤੋਂ, ਜਿਨ੍ਹਾਂ ਤੋਂ ਖੁਸ਼ੀ ਆਈ, ਜਿਨ੍ਹਾਂ ਤੋਂ ਕ੍ਰੀਏਟੀਵਿਟੀ ਆਈ, ਜਿਹੜੇ ਆਰਟਿਸਟ ਨੇ, ਉਹਦੇ ਵਿੱਚ ਸਭ ਇਮੋਸ਼ਨਸ ਬੈਕਗਰਾਉਂਡ ਤੇ ਖੜੇ ਹੈ। ਲਿਓਨਾਰਡੋ ਵਿੰਚੀ ਹੈ, ਹੋਰ ਬੜੇ ਆਰਟਿਸਟ ਹੈਗੇ ਹੈ। ਇਹ ਆਰਟ ਜਿਹੜਾ ਹੈ ਇਮੋਸ਼ਨ ਨਾਲ ਬੜਾ ਵਾਸਤਾ ਰੱਖਦਾ ਹੈ, ਇੱਕ ਵੈਂਟੀਲੇਸ਼ਨ ਦਾ ਟੂਲ ਹੈ। ਔਰ ਜਦੋਂ ਮੈਂ ਕਿਸੇ ਆਰਟਿਸਟ ਦੀ ਆਰਟ ਨੂੰ ਪਸੰਦ ਕਰਦਾ ਤੇ ਕਿੱਥੇ ਉਹਦੀ ਮੇਰੀ ਭਾਵਨਾ ਛੂ ਗਈ, ਉਸਦੀ ਮੈਨੂੰ ਛੂ ਗਈ, ਮੇਰੀ ਕੋਈ ਭਾਵਨਾ ਉਹਦੇ ਨਾਲ ਰਿਲੇਟ ਕਰ ਗਈ, ਤਾਂ ਜਾਂ ਫਿਰ ਅਸੀਂ ਚਾਹਾਂਗੇ ਉਹਨਾਂ ਨੂੰ ਜਿਨ੍ਹਾਂ ਨੇ ਬਹੁਤ ਚੰਗੇ ਕੰਮ ਕੀਤੇ। ਬਾਅਦ ਦਫਾ ਅਸੀਂ ਦੁੱਖ ਵਾਲਿਆਂ ਨੂੰ ਜ਼ਿਆਦਾ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੁੱਖ ਜ਼ਿਆਦਾ ਦਿੱਤਾ, ਕਿਉਂਕਿ ਦੁੱਖ ਸਾਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ। ਸੁੱਖ ਦਾ ਸਮੇਂ ਬਹੁਤ ਜਲਦੀ ਨਿਕਲ ਜਾਂਦਾ ਹੈ, ਦੁੱਖ ਦਾ ਸਮਾਂ ਘੱਟ ਜਾਂਦਾ ਹੈ, ਸਮਾਂ ਸਲੋ ਹੋ ਜਾਂਦਾ ਹੈ, ਸਾਨੂੰ ਜ਼ਿਆਦਾ ਫੀਲ ਹੁੰਦਾ ਦੁੱਖ। ਹੋਰ ਜਿਹੜੇ ਲੋਕਾਂ ਨੂੰ ਦੁਨੀਆ ਨੇ ਜਾਣਿਆ, ਉਹਨਾਂ ਚੋਂ ਉਹ ਨੇ ਜਿਨ੍ਹਾਂ ਨੇ ਦੁਨੀਆ ਤੋਂ ਬਾਹਰ ਦਾ ਰਾਹ ਦੱਸਿਆ, ਜੀਵਨ ਨੂੰ ਜਾਣਨ ਦੇ ਵਾਸਤੇ ਵਿਧੀਆਂ ਦੱਸੀਆਂ। ਮਹਾਵੀਰ ਹੋਏ, ਗੌਤਮ ਬੁੱਧ ਹੋਏ, ਈਸਾਈ ਮਤ ਤੋਂ ਹੋਏ, ਗੁਰੂ ਨਾਨਕ ਸਾਹਿਬ ਹੋਏ, ਮੌਲਾਨਾ ਰੂਮੀ ਹੋਏ, ਸ਼ੇਖ ਸਾਦੀ ਹੋਏ, ਇਹੋ ਜਿਹੇ ਸਪਿਰਿਚੁਅਲਿਸਟ ਹੋਏ ਜਿਨ੍ਹਾਂ ਨੇ ਇਨਸਾਨ ਨੂੰ ਆਨੰਦ ਦੇ ਖੇੜੇ ਦਾ ਰਾਹ ਦੱਸਿਆ, ਇਸ ਹਉਮੈ ਤੋਂ ਪਾਰ ਦਾ ਜਾਣ ਦਾ ਰਸਤਾ ਦੱਸਿਆ। ਕਿਉਂਕਿ ਨਿਰੰਕਾਰ ਨੇ ਸਾਨੂੰ ਇਹ ਹਉਮੈ ਦੇ ਵਿੱਚ ਪੈਦਾ ਕੀਤਾ ਹੈ, ਇਸ ਹਉਮੈ ਦੇ ਵਿੱਚ ਅਸੀਂ ਵਿਚਰਦੇ ਹਾਂ, ਪਰ ਇਹ ਹਉਮੈ ਮੇਰੀ ਰਿਐਲਿਟੀ ਨਹੀਂ ਹੈ। ਦਿੱਕਤ ਕੀ ਆ ਜਾਂਦੀ ਹੈ ਕਿ ਜਦੋਂ ਮੈਂ ਕਰਤਾ ਨੂੰ ਅਸੀਂ ਕਹਿੰਦੇ ਹਾਂ ਨਹੀਂ ਜਾਣਦਾ, ਉਹ ਮੇਰੇ ਆਲੇ ਦੁਆਲੇ ਵਿਚਰਦਾ ਹੈ, ਉਹ ਸਭ ਕੁਝ ਕਰਦਾ ਹੈ, ਪਰ ਮੈਂ ਉਸ ਨੂੰ ਨਹੀਂ ਜਾਣਦਾ। ਇੱਕ ਕਾਰਨ ਇਹਦਾ ਇਹ ਹੈ ਕਿਉਂਕਿ ਮੈਂ ਦੁਨੀਆ ਨੂੰ ਸਿਰਫ ਆਪਣੇ ਹਉਮੈ ਦੇ ਥਰੂ ਦੇਖਦਾ ਹਾਂ, ਆਪਣੇ ਹੰਕਾਰ, ਆਪਣੀ ਆਈਡੈਂਟੀਟੀ ਦੇ ਵਿੱਚੋਂ ਦੇਖਦਾ ਹਾਂ, ਉਸ ਤੇ ਪਾਰ ਦਾ ਮੈਨੂੰ ਕੋਈ ਰਸਤਾ ਨਹੀਂ ਹੈ। ਔਰ ਕਰਤਾ ਜਿਹੜਾ ਹੈ ਉਹ ਹਉਮੈ ਤੋਂ ਬਾਹਰ ਜੀਂਦਾ ਹੈ, ਉਹ ਇਸ ਹਉਮੈ ਦੇ ਅੰਦਰ ਨਹੀਂ ਆਉਂਦਾ, ਕਿਉਂਕਿ ਉਸਨੇ ਜਨਮ ਨਹੀਂ ਲੈਣਾ। ਮਹਾਰਾਜ ਸਾਨੂੰ ਇਹ ਵੀ ਆਦੇਸ਼ ਕਰਨਗੇ ਮੂਲ ਮੰਤਰ ਵਿੱਚ, ਕਿਉਂਕਿ ਉਹ ਜਨਮ ਨਹੀਂ ਲੈਂਦਾ, ਉਹ ਕਦੇ ਹਉਮੈ ਦਾ ਸਹਾਰਾ ਨਹੀਂ ਲੈਂਦਾ ਹੋਣ ਲਈ, ਉਹ ਆਪਣੇ ਆਪ ਵਿੱਚ ਪਰਿਪੂਰਨ ਹੈ। ਤਾਂ ਇੱਕ ਤਾਂ ਇਹ ਗੱਲ ਹੈ ਕਿ ਅਗਰ ਕੋਈ ਵਸਤੂ ਦੂਜੇ 'ਚ ਹੋਏਗੀ, ਉਹਦੇ ਵਿੱਚ ਉਹ ਨਹੀਂ ਹਾਜ਼ਰ ਹੋਏਗਾ ਕਰਤਾ, ਤੇ ਫਿਰ ਦੂਸਰਾ ਹੋ ਗਿਆ, ਫਿਰ ਇੱਕ ਓਮਕਾਰ ਸਤਿਨਾਮ ਰਿਹਾ। ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੀ ਸ੍ਰਿਸ਼ਟੀ ਤੋਂ ਸਭ ਦੇਖਿਆ ਹੈ, ਤਾਂ ਮਹਾਰਾਜ ਨੇ ਸਾਨੂੰ ਆਸਾ ਦੀ ਵਾਰ 'ਚ ਆਦੇਸ਼ ਕੀਤਾ ਹੈ ਕਿ ਮਹਾਰਾਜ ਨੇ ਪਹਿਲੇ ਦੋ ਹੀ ਕੁਦਰਤ ਸਾਜੀਏ, ਪਹਿਲਾਂ ਆਪ, ਫਿਰ ਨਾਮ, ਫਿਰ ਕੁਦਰਤ ਸਾਜੀ ਹੈ। ਔਰ ਇਸ ਕੁਦਰਤ ਨੂੰ ਸਾਜਣ ਵਿੱਚ, ਜਦੋਂ ਕੁਦਰਤ ਨੂੰ ਉਹ ਸਾਜਦਾ ਹੈ ਤੇ ਕੁਦਰਤ ਵਿੱਚ ਅਸੂਲ ਉਹਦੇ ਵਿੱਚ ਹੀ ਰੱਖਦਾ, ਉਹਦੇ ਇਸ ਕੁਦਰਤ ਵਿੱਚ ਉਹ ਆਪ ਹਾਜ਼ਰ ਹੈ, ਔਰ ਇਸ ਕੁਦਰਤ ਦਾ ਹਿੱਸਾ ਅਸੀਂ ਵੀ ਹੈਗੇ ਹਾਂ, ਅਸੀਂ ਵੀ ਇਸ ਕੁਦਰਤ ਦੇ ਵਿੱਚ ਹੀ ਵਿਚਰਦੇ ਹਾਂ। ਫਰਕ ਕੀ ਹੈ ਕਿ ਜਿਹੜੇ ਇਨਸਾਨ ਤੋਂ ਇਲਾਵਾ ਜੀ ਜੰਤ ਨੇ ਕ੍ਰੀਏਸ਼ਨ ਦੇ, ਉਹਨਾਂ ਵਿੱਚ ਇਹ ਪੋਟੈਂਸ਼ੀਅਲ ਨਹੀਂ ਹੈ ਟੂ ਰਿਅਲਾਈਜ਼ ਦ ਕਰਤਾ, ਉਹਨਾਂ ਵਿੱਚ ਕਰਤੇ ਨੂੰ ਜਾਣਨ ਦੀ ਜਾਂਚ ਨਹੀਂ ਹੈ। ਉਹਦਾ ਕਾਰਨ ਹੈ ਕਿ ਉਹਨਾਂ ਵਿੱਚ ਉਸ ਮਨ ਦੀ ਜੋ ਬਣਤ ਹੈ ਉਹ ਇਨਸਾਨ ਨਾਲੋਂ ਫਰਕ ਹੈ। ਉਹ ਮਨ
ਉਨਮਨ ਦੀ ਜਾਂਚ ਨਹੀਂ ਰੱਖ ਸਕਦਾ। ਇੱਥੇ ਅਸੀਂ ਰੱਖਦੇ ਹਾਂ। ਵਿਚਾਰ ਦੀ ਵੀ ਅਗਰ ਹੈ ਤਾਂ ਉਹ ਲਿਮਿਟਿਡ ਪੋਟੈਂਸ਼ੀਅਲ ਹੈ। ਤਾਂ ਇਹ ਜਦੋਂ ਇਨਸਾਨ ਕੁਦਰਤ ਦੇ ਵਿੱਚ ਵਿਚਰਦਾ ਹੈ ਔਰ ਆਪਣੀ ਹਉਮੈ ਦੇ ਵਿੱਚ ਇਹਦੇ ਨਾਲ ਵਿਚਰਨ ਦੇ ਇੱਕ ਟੂਲ ਸਾਨੂੰ ਦਿੱਤਾ ਹੈ ਰੱਬ ਨੇ। ਇਸ ਹਉਮੈ ਦੇ ਅੰਦਰ ਦੁੱਖ ਸੁੱਖ ਹੈ, ਕਿਉਂਕਿ ਗੱਲ ਕੀ ਹੈ ਕਿ ਸੰਸਾਰ ਆਪਣੇ ਆਪ ਵਿੱਚ ਸਥਿਰ ਨਹੀਂ ਹੈ। ਅਗਰ ਇੱਥੇ ਕੁਝ ਵੀ ਹੋਏਗਾ ਉਸ ਨੂੰ ਚੇਂਜ ਹੋਣਾ ਜ਼ਰੂਰੀ ਹੈ। ਤਾਂ ਜੇ ਅਗਰ ਮੈਂ ਅੱਜ ਸੁਖੀ ਹੋਵਾਂਗਾ ਤਾਂ ਮੈਨੂੰ ਫਿਰ ਦੁਖੀ ਹੋਣਾ ਜ਼ਰੂਰੀ ਹੈ, ਕਿਉਂਕਿ ਚੇਂਜ ਇੱਕ ਨੈਸੈਸਰੀ ਐਲੀਮੈਂਟ ਹੈ ਸੰਸਾਰ ਦਾ। ਸੰਸਾਰ ਦਾ ਮਤਲਬ ਹੀ ਚੇਂਜ ਹੈ। ਤਾਂ ਮੈਂ ਜਿਸ ਸੰਸਾਰ ਵਿੱਚ ਵਿਚਰਦਾ ਵਾਂ, ਜਿਹਦੇ ਵਿੱਚ ਹਉਮੈ ਮੇਰਾ ਬੈਗੇਜ ਹੈ, ਮੇਰੇ ਨਾਲ ਹੈ, ਉਹਦੇ ਵਿੱਚ ਚੇਂਜ ਇੱਕ ਇਸਟੈਬਲਿਸ਼ਡ ਰੂਲ ਹੈ। ਤਾਂ ਜੋ ਮੇਰੇ ਹੁਣ ਦਾ ਅਵਸਥਾ ਹੈ ਉਹ ਅਗਲੀ ਥੋੜੇ ਦਿਨ ਸਮੇਂ ਬਾਅਦ ਨਹੀਂ ਹੋਣੀ, ਉਹ ਤਾਂ ਇਸਟੈਬਲਿਸ਼ਡ ਹੈ। ਔਰ ਨਿਰਾਕਾਰ ਨੂੰ ਜਾਣਨ ਲਈ, ਕਰਤੇ ਨੂੰ ਜਾਣਨ ਲਈ ਸਥਿਰ ਰਹਿਣਾ ਜ਼ਰੂਰੀ ਹੈ। ਤਾਂ ਮਹਾਰਾਜ ਸਾਨੂੰ ਕਹਿੰਦੇ ਹੈ ਕਿ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਉਹ ਆਪ ਆਪਣੇ ਆਪ ਸਜਿਆ ਹੈ, ਉਹਦੇ ਕਰਕੇ ਨਾਮ ਹੈ। ਦੋ ਹੀ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਦੂਜਾ ਕੁਦਰਤ ਸਾਜੀ ਹੈ ਔਰ ਉਸ ਦੇ ਵਿੱਚ ਵਿਰਾਜਮਾਨ ਹੈ, ਉਹਦੇ ਵਿੱਚ ਉਹ ਚਾਉ ਨਾਲ ਬੈਠਾ ਹੈ। ਤਾਂ ਮੇਰੇ ਔਰ ਕਰਤੇ ਦੇ ਵਿੱਚ ਇੱਕ ਬੜਾ ਵੱਡਾ ਭੇਦ ਹੈ, ਜਾਂ ਇਸ ਨੂੰ ਛੋਟਾ ਸਮਝੀਏ, ਜਿਹੜਾ ਹਉਮੈ ਦਾ ਹੈ। ਇਸ ਤਰ੍ਹਾਂ ਵੀ ਨਹੀਂ ਹੈ ਕਿ ਮੈਂ ਹਉਮੈ ਦੀ ਵਰਤੋਂ ਸਦਾ ਲਈ ਛੱਡ ਦੇਣੀ ਹੈ। ਮੈਂ ਹਉਮੈ ਨੂੰ ਪਹਿਲੇ ਕਨਵਰਟ ਕਰਨਾ ਹੈ, ਫਿਰ ਹਉਮੈ ਨੂੰ ਛੱਡਣ ਦੀ ਵਿਧੀ ਸ਼ਬਦ ਤੋਂ ਮੈਂ ਲੈਣੀ ਹੈ, ਜਿਹੜੇ ਗੁਰੂ ਸਾਹਿਬ ਸਾਨੂੰ ਜਪਜੀ ਸਾਹਿਬ ਸਮਝਾਉਣਗੇ। ਤਾਂ ਇਸ ਹਉਮੈ ਕਰਕੇ ਹੀ ਮੈਂ ਕਰਤੇ ਨੂੰ ਨਹੀਂ ਜਾਣਦਾ। ਮੇਰਾ ਔਰ ਕਰਤਾ ਦਾ ਕੀ ਰਿਲੇਸ਼ਨ ਹੈ, ਇਸ ਤੋਂ ਵੀ ਮੈਂ, ਕਿਉਂਕਿ ਮੈਂ ਦੁਨੀਆ ਨੂੰ ਸਿਰਫ ਅੱਖੋਂ ਦੇਖੀ, ਅੱਖੋਂ ਸੁਣੀ ਦੁਨੀਆ ਜਾਣਦਾ ਹਾਂ। ਇਹ ਸੈਂਸਿਸ ਦੇ ਥਰੂ ਜੋ ਮੈਂ ਦੁਨੀਆ ਦੇਖੀ ਹੈ, ਮੈਂ ਸਿਰਫ ਉਹੀ ਦੁਨੀਆ ਜਾਣਦਾ ਹਾਂ, ਔਰ ਉਹਦੇ ਵਿੱਚ ਉਹ ਦਿਖਦਾ ਨਹੀਂ ਹੈ। ਅਗਰ ਉਹ ਦਿਖਣਾ ਸ਼ੁਰੂ ਹੋ ਜਾਏ, ਜਿਹੜੀ ਮੈਂ ਉਹਨੂੰ ਗੱਲ ਕੀਤੀ ਵੀ ਕਿਉਂ ਨਹੀਂ ਦਿਖਦਾ, ਤਾਂ ਜੀਣਾ ਇੰਪੋਸੀਬਲ ਹੋ ਜਾਏਗਾ। ਫਰਜ਼ ਕਰੋ ਆਪ ਸਵਾਸ ਲੈਂਦੇ ਹੋ ਔਰ ਉਸੇ ਵੇਲੇ ਰੱਬ ਸਾਹਮਣੇ ਖੜੇ ਹੋ ਕੇ ਕਹਿੰਦਾ ਹੈ ਸਵਾਸ ਮੈਂ ਦਿੱਤਾ ਤੈਨੂੰ। ਤੁਸੀਂ ਰੋਟੀ ਖਾਂਦੇ ਹੋ, ਉਹ ਸਾਹਮਣੇ ਖੜਾ, ਤੁਹਾਨੂੰ ਪਤਾ ਹੈ ਕਿ ਹੁਣ ਰੋਟੀ ਇਹਨੇ ਦਿੱਤੀ ਮੈਨੂੰ। ਬੱਚੇ ਨਾਲ ਤੁਸੀਂ ਖੇਡਦੇ ਹੋ, ਉਹ ਵੀ ਨਾਲ ਹਾਜ਼ਰ ਰਹਿੰਦਾ, ਰੱਬ ਦੇਖ ਰਿਹਾ ਕਿ ਵੀ ਮੈਂ ਬੱਚੇ ਦਿੱਤੇ ਇਸ ਨੂੰ। ਇਹ ਦਾਤਾਂ ਨੇ ਸਾਰੀਆਂ ਉਹਦੀਆਂ। ਅਗਰ ਉਹ ਰੋਜ਼ ਹਰ ਘੜੀ ਸਾਨੂੰ ਇਹ ਪੁੱਛਣ ਆ ਜੇ ਕਿ ਭਾਈ ਇਹ ਸਭ ਕੁਝ ਮੈਂ ਦਿੱਤਾ ਤੈਨੂੰ, ਤੁਸੀਂ ਸਮਝੋ ਜੀਵਨ ਕਿਵੇਂ ਹੋਏਗਾ, ਇੰਪੋਸੀਬਲ ਹੋ ਜਾਏਗਾ। ਐਸੇ ਕਰਕੇ ਸੇਵਾ ਦਾ ਜਿਹੜਾ ਕਨਸੈਪਟ ਹੈ ਸਿੱਖ ਗੁਰਮਤ ਵਿੱਚ, ਉਹਦੇ ਵਿੱਚ ਮੈਂ ਨਹੀਂ ਹੈ ਤਾਂ ਹੀ ਸੇਵਾ ਹੈ। ਕਿਉਂਕਿ ਦੇਖੋ, ਅਸੀਂ ਜਿਤਨੇ ਮਨ ਨੂੰ ਨਿਰਾਕਾਰ ਦੇ ਮਨ ਦੇ ਵਰਗਾ ਬਣਾਉਣਾ ਹੈ, ਉਤਨਾ ਸੌਖਾ ਸਾਨੂੰ ਹੰਕਾਰ ਤੋੜਨਾ ਹੋ ਜਾਂਦਾ ਹੈ। ਕਿਵੇਂ? ਜੋ ਨਿਰਾਕਾਰ ਸਾਨੂੰ ਦੇ ਰਿਹਾ ਬਿਨਾਂ ਹਿਸਾਬ ਕੀਤੇ, ਔਰ ਅਸੀਂ ਹਿਸਾਬ ਕਰੀਏ ਤਾਂ ਫਿਰ ਸਾਡਾ ਭੇਦ ਰਹੇਗਾ ਉਹਦੇ ਨਾਲ। ਅਸੀਂ ਵੀ ਸਿੱਖ ਲਈਏ ਦੇਣਾ ਬਿਨਾਂ ਹਿਸਾਬ ਦੇ, ਬਿਨਾਂ ਕਲੇਮ ਕੀਤੇ। ਸੇਵਾ ਨੂੰ ਇੱਕ ਸਿਮਰਨ ਬਣਾ ਲਈਏ ਜਿਹਦੇ ਚ ਮੈਂ ਨਹੀਂ ਹਾਂ, ਹੋ ਰਹੀ ਹੈ ਸੇਵਾ, ਫਿਰ ਨਿਰਾਕਾਰ ਨੂੰ ਮਿਲਣ ਦੇ ਆਸਾਰ ਵੱਧ ਜਾਣਗੇ। ਕਿਉਂਕਿ ਅਸੀਂ ਨੇਚਰ ਔਰ ਮਨ ਨੂੰ ਉਸਦੇ ਵਰਗਾ ਢਾਲ ਲਿਆ। ਕੌਨਫਲਿਕਟਸ ਹਟਦੇ ਜਾਣਗੇ, ਭੇਦ ਖੁੱਲਦੇ ਜਾਣਗੇ। ਓਕੇ, ਉਹਦੀ ਸ੍ਰਿਸ਼ਟੀ ਵਿੱਚ ਭੇਦ ਉਹਦੇ ਨਾਲ ਨਾਲ ਚੱਲਦੇ ਆ। ਸਾਨੂੰ ਫਿਰ ਉਤਨਾ ਸੰਤੋਖ ਵਿੱਚ ਜੀਣਾ ਆ ਜਾਏਗਾ। ਸੰਤੋਖ ਦਾ ਮਤਲਬ ਇੱਕ ਹਾਰਮਨੀ ਹੈ ਜੋ ਆਪਣੇ ਆਪ ਹੋ ਰਿਹਾ ਹੈ, ਜਿਹਦੇ ਚ ਮੈਂ ਨਹੀਂ ਹਾਂ, ਜਿਹਦੇ ਚ ਉਹਦਾ ਹੁਕਮ ਚੱਲ ਰਿਹਾ ਹੈ, ਮੈਂ ਉਹਦੇ ਵਿੱਚ ਫਲੋ ਕਰ ਰਿਹਾ। ਮੇਰਾ ਐਫਰਟ ਬੜਾ ਮਿਨੀਮਲ ਹੈ। ਸਹਿਜ ਅਵਸਥਾ ਜਿਹਨੂੰ ਕਹਿੰਦੇ। ਸਹਿਜ ਦਾ ਇੱਕ ਮਤਲਬ ਹੈ ਕਿ ਉਹ ਨੈਚੁਰਲ ਸਟੇਟ। ਨੈਚੁਰਲ ਸਟੇਟ ਮਤਲਬ ਜਿਹਦੇ ਚ ਮੈਂ ਔਰ ਮੇਰਾ ਹੰਕਾਰ ਵਿੱਚ ਨਹੀਂ ਆਉਂਦਾ। ਤਾਂ ਕਰਤੇ ਨੂੰ ਜਾਣਨ ਵਾਸਤੇ ਮੇਰੀ ਇਹ ਇੱਕ ਬੜੀ ਪ੍ਰੈਕਟੀਕਲ ਪ੍ਰੋਬਲਮ ਹੈ ਕਿ ਹਉਮੈ ਮੇਰੇ ਵਿੱਚ ਦੀਵਾਰ ਬਣ ਕੇ ਖੜੀ ਹੈ। ਗੁਰੂ ਸਾਹਿਬ ਇਹਦਾ ਭੇਦ ਖੋਲਣਗੇ। ਹਾਲੇ ਤਾਂ ਸਾਨੂੰ ਇਹ ਸਮਝਾ ਰਹੇ ਹੈ
ਕਿ ਉਹਦਾ ਨੇਚਰ ਕੀ ਹੈ। ਉਹ ਇੱਕ ਲਾਈਟ ਹਾਊਸ ਦੀ ਤਰ੍ਹਾਂ ਹੈ ਜਿਸਨੇ ਸਾਨੂੰ એનર્ਜੀ ਦਿੱਤੀ ਹੋਈ ਹੈ ਪਿੱਛੋਂ, ਪਰ ਸਾਡੇ ਘਰ ਦੇ ਅੰਦਰ ਲਾਈਟਾਂ ਕਿਹੜੀਆਂ ਔਨ ਆਫ ਕਰਨੀਆਂ ਉਹ ਰਾਈਟ ਸਾਡੇ ਕੋਲ ਹੈ। ਉਹ ਫਰੀडम ਸਾਨੂੰ ਉਹਨੇ ਦਿੱਤੀ ਹੈ। ਇਸ ਕਰਕੇ ਇੱਥੇ ਗਲਤ ਵੀ ਹੁੰਦਾ ਹੈ, ਇੱਥੇ ਉਹਦੇ ਬੰਦੇ ਆਏ ਵੀ ਦੁਖਦੇ ਆ, ਜਿਹੜੇ ਉਹਨੂੰ ਅਰਾਧਦੇ ਆ ਉਹਨਾਂ ਨੂੰ ਵੀ ਦੁੱਖ ਲੱਗਦਾ ਹੈ, ਕਿਉਂਕਿ ਹੰਕਾਰ ਜਿਹੜਾ ਹੈ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਉਹਨਾਂ ਨਾਲ। ਇਸ ਕਰਕੇ ਅਸੀਂ ਦੇਖਾਂਗੇ ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਜੀਸਸ ਕ੍ਰਾਈਸਟ ਨੂੰ ਦੇਖਾਂਗੇ, ਅਸੀਂ ਮਨਸੂਰ ਨੂੰ ਦੇਖਾਂਗੇ, ਅਸੀਂ ਜਿਹੜੇ ਉਹਦੇ ਬੰਦੇ ਨੇ ਪਰ ਬੜੇ ਦੁੱਖ ਸਹਿ ਕੇ ਗਏ। ਦੁੱਖ ਸਾਡੇ ਹਿਸਾਬ ਨਾਲ ਇੱਥੋਂ ਦੇਖਦੇ ਹੋਏ ਦੁੱਖ ਲੱਗਦਾ ਹੈ, ਪਰ ਸਾਨੂੰ ਪੂਰੀ ਪਿਕਚਰ ਨਹੀਂ ਪਤਾ ਹੈ ਕਿ ਉਹਨਾਂ ਦੀ ਮਨ ਦੀ ਅਵਸਥਾ ਕੀ ਹੈ। ਸੰਤ ਅਤਰ ਸਿੰਘ ਜੀ ਨੂੰ ਇੱਥੇ ਸੱਪ ਕੱਟਿਆ, ਜਿਹਦੇ ਨਾਲ ਉਹਨਾਂ ਦਾ ਦੇਹਾਂਤ ਹੋਇਆ। ਫਿਰ ਉਹ ਕਹਿੰਦੇ ਕਿ ਸੰਤ ਤੇਜਾ ਸਿੰਘ ਨੇ ਲਿਖਿਆ ਕਿਤਾਬ ਵਿੱਚ ਕਿ ਉਹ ਸੱਪ ਆਇਆ ਤੇ ਕਹਿੰਦੇ ਆ ਗਏ ਹੋ ਮਹਾਰਾਜ। ਮਨ ਦੀ ਅਵਸਥਾ ਕੀ ਹੈ ਸਾਨੂੰ ਨਹੀਂ ਪਤਾ ਹੈ। ਫਿਰ ਉਹਨਾਂ ਨੇ ਸਵਾਸ ਛੱਡਣ ਤੋਂ ਪਹਿਲਾਂ ਜਦੋਂ ਕੋਈ ਵਿਰਲਾਪ ਕਰਦਾ ਸੀ ਉਹਨੂੰ ਸਮਝਾਇਆ ਕਿ ਭਾਈ ਤੂੰ ਮੈਨੂੰ ਸਰੀਰ ਸਮਝਿਆ, ਮੈਂ ਸਰੀਰ ਨਹੀਂ ਹਾਂ, ਮੈਂ ਤੇ ਇੱਥੇ ਹੀ ਆਪਣਾ ਕੰਮ ਕਰਨਾ ਹੈ। ਸੋ ਸਾਨੂੰ ਪੂਰੀ ਪਿਕਚਰ ਨਹੀਂ ਪਤਾ ਰਹਿੰਦੀ, ਸਾਨੂੰ ਸਿਰਫ ਫਿਜ਼ੀਕਲ ਰਿਐਲਿਟੀ ਪਤਾ ਰਹਿੰਦੀ ਹੈ ਕਿ ਉਹਨਾਂ ਨੂੰ ਦੁੱਖ ਹੋਇਆ, ਪਰ ਸਾਨੂੰ ਉਹਨਾਂ ਦੀ ਮਨ ਦੀ ਅਵਸਥਾ ਨਹੀਂ ਪਤਾ ਹੈ। ਜੋ ਸਾਨੂੰ ਦੁੱਖ ਲੱਗ ਰਿਹਾ ਉਹ ਮਹਾ ਆਨੰਦ ਵਿੱਚ ਬੈਠੇ ਹੈ, ਪਰ ਲਾਜ਼ਮੀ ਹੈ ਗੁਰੂ ਆਨੰਦ ਵਿੱਚ ਸਦਾ ਹੀ ਹੈ। ਤਾਂ ਕਰਤਾ ਪੁਰਖ ਸਭ ਕੁਝ ਉਹੀ ਕਰਦਾ ਹੈ, ਮੈਂ ਵੀ ਇੱਥੇ ਕਰਦਾ ਹਾਂ, ਮੈਂ ਈਗੋ ਦੇ ਅੰਦਰ ਕਰਦਾ ਹਾਂ, ਉਹਦੀ એનર્ਜੀ ਯੂਜ਼ ਕਰਕੇ ਮੈਂ ਕਰਦਾ ਹਾਂ। ਇਹ ਸਮਝ ਲਈਏ ਜੋ ਕੁਝ ਮੈਂ ਕਰ ਰਿਹਾ ਊਰਜਾ ਉਸੇ ਤੋਂ ਆ ਰਹੀ ਹੈ, ਇਹ ਸਵਾਸ ਉਹਦੇ ਦਿੱਤੇ ਆ ਰਹੇ। ਇਹ ਬੜਾ ਅੱਛਾ ਪ੍ਰਸ਼ਨ ਹੈ ਜੀਵਨ ਦਾ, ਡਜ਼ ਬ੍ਰੈਥ ਕਮ ਟੂ ਅਸ ਔਰ ਡੂ ਵੀ ਬਰੀਥ। ਬੜਾ ਬੇਸਿਕ ਜਿਹਾ ਕੁਐਸਚਨ ਹੈ ਕਿ ਅਸੀਂ ਸਵਾਸ ਲੈਂਦੇ ਹਾਂ ਕਿ ਸਾਨੂੰ ਸਵਾਸ ਆਉਂਦੇ ਹੈ। ਇਹਨੂੰ ਵਿਚਾਰਨਾ ਜ਼ਰਾ ਕਿਸੇ। ਤਾਂ ਸਵਾਸ ਸਾਡੇ ਉਹਦੇ ਦਿੱਤੇ ਹੈ, ਅਸੀਂ ਨਹੀਂ ਅਸੀਂ ਸਵਾਸ ਲੈਂਦੇ ਹੁੰਦੇ ਤਾਂ ਜਦੋਂ ਮਰਜ਼ੀ ਰੋਕ ਦਿੰਦੇ। ਸਵਾਸ ਉਹਦੇ ਦਿੱਤੇ ਆ ਰਹੇ ਹੈ, ਉਹਦੇ ਸਵਾਸ ਆਉਂਦੇ ਹੈ, એનર્ਜੀ ਸਾਨੂੰ ਜੀਵਨ ਚੋਂ, ਊਰਜਾ ਸਾਨੂੰ ਉੱਥੋਂ ਆਉਂਦੀ ਹੈ, ਜਿਹਨੂੰ ਇਹ ਪ੍ਰਾਣਾਯਾਮ ਕਹਿੰਦੇ ਵੀ ਪ੍ਰਾਣ ਦੇ ਯਮ, ਪ੍ਰਾਣ ਦੀ ਸ਼ਕਤੀ। ਕਿਉਂਕਿ ਆਕਸੀਜਨ ਕਨਵਰਟ ਹੋ ਰਹੀ ਹੈ ਕਾਰਬਨ ਡਾਈਆਕਸਾਈਡ ਨੂੰ, ਉੱਥੋਂ ਬਲੱਡ ਕਨਵਰਟ ਹੋ ਰਿਹਾ ਹੈ, ਬਲੱਡ ਦੇ ਵਿੱਚ ਫਿਰ એનર્ਜੀ ਆ ਰਹੀ ਹੈ, ਉਹ ਸਾਡੇ ਆਰਗਨ ਨੂੰ ਫਰੈਸ਼ ਬਲੱਡ ਆਕਸੀਜਨ ਜਾ ਰਿਹਾ ਹੈ, ਉਹਦੇ ਨਾਲ ਸਭ ਕੁਝ ਚੱਲ ਰਿਹਾ ਹੈ। ਇਹ ਉਹਨੇ ਕੁਦਰਤ ਬਣਾਈ ਹੈ, ਉਹਦੇ ਵਿੱਚ ਵਸਿਆ ਹੈ ਉਹ ਆਪ, ਉਹਦੇ ਆਪਣੇ ਰੂਲਸ ਨੇ, ਕਿਤਨੇ ਗਹਿਨ ਰੂਲਸ ਨੇ। ਹੁਣ 3-4 ਹਜ਼ਾਰ ਸਾਲ ਤੋਂ ਜ਼ਿਆਦਾ ਹੋ ਗਏ ਇਨਸਾਨ ਨੂੰ ਕਿਤਾਬ ਵਿੱਚ ਪੜ੍ਹਦੇ ਹਾਲੇ ਤੱਕ ਪੂਰਾ ਸਾਨੂੰ ਸਰੀਰ ਦਾ ਪਤਾ ਨਹੀਂ ਲੱਗਿਆ। ਕਾਫੀ ਹੱਦ ਤੱਕ ਸਮਝ ਆ ਗਈ, ਬਟ ਕਰਤਾ ਮੈਂ ਇਸ ਰੂਪ ਵਿੱਚ ਹਾਂ ਵੀ ਮੈਂ ਈਗੋ ਦੇ ਅੰਦਰ ਕਰਤਾ ਹਾਂ, ਕਿਉਂਕਿ ਈਗੋ ਦੇ ਅੰਦਰ ਜੋ ਕਰਨਾ ਹੈ ਉਹ ਸਦਾ ਲਈ ਨਹੀਂ ਹੈ, ਉਹ ਸਮੇਂ ਦੇ ਅੰਦਰ ਹੈ, ਸਮੇਂ ਦੇ ਅੰਦਰ ਖਤਮ ਵੀ ਹੋ ਜਾਏਗਾ। ਤਾਂ ਇਸ ਕਰਕੇ ਨਿਰਾਕਾਰ ਦੇ ਕਰਤੇ ਵਿੱਚ ਔਰ ਸਾਡੇ ਕਰਤੇ ਵਿੱਚ ਫਰਕ ਹੈ, ਉਹ ਸਦਾ ਲਈ ਹੈ, ਅਸੀਂ ਸਦਾ ਲਈ ਨਹੀਂ ਹਾਂ। ਉਹ ਕਰਤਾ ਹੈ ਜੋ ਸਭ ਕੁਝ ਕਰਦਾ ਹੈ, ਜਿਹਨੇ ਸਾਨੂੰ ਵੀ ਕੀਤਾ ਹੈ ਔਰ ਉਹਦੇ ਕਰਕੇ ਅਸੀਂ ਹਾਂ, ਪਰ ਸਾਨੂੰ ਫ੍ਰੀ ਵਿਲ ਦਿੱਤੀ ਹੈ। ਹੁਣ ਉਸ ਵਿਲ ਦੇ ਜ਼ਿੰਮੇਵਾਰ ਅਸੀਂ ਹਾਂ, ਇਸ ਕਰਕੇ ਜਿਸ ਤਰ੍ਹਾਂ ਅਸੀਂ ਕਰਾਂਗੇ ਇਸ ਤਰ੍ਹਾਂ ਅਸੀਂ ਭੋਗਾਂਗੇ। ਇਹਦਾ ਮਤਲਬ ਜਿਤਨਾ ਮੈਂ ਜੋ ਕਰਾਂਗਾ, ਜਿਹਦੇ ਵਿੱਚ ਮੈਂ ਹੋਵਾਂਗਾ, ਉਹਦਾ ਸੁੱਖ ਔਰ ਦੁੱਖ ਇਹ ਦੋਨੋਂ ਮੈਂ ਭੋਗਾਂਗਾ। ਉਸ ਚੋਂ ਅਰਾਈਜ਼ ਹੁੰਦੀ ਹੋਰ ਇਮੋਸ਼ਨਸ ਵੀ ਮੈਂ ਭੋਗਾਂਗਾ। ਹੋ ਸਕਦਾ ਕਨਫਿਊਜ਼ਨ ਆਏ, ਹੋ ਸਕਦਾ ਪ੍ਰੈਸ਼ਰ ਆਏ, ਹੋ ਸਕਦਾ ਫਰਸਟ੍ਰੇਸ਼ਨ ਆਏ, ਹੋ ਸਕਦਾ ਫੀਅਰ ਆਏ। ਉਹ ਸਾਰਾ ਹੁਣ ਉਸ ਈਗੋ ਦੇ ਅੰਦਰ ਹੈ, ਜਿਹੜੀ ਮੇਰੇ ਕਰਕੇ ਜਿਤਨੇ ਕਰਮ ਹੋਏ ਹਨ ਉਹਨਾਂ ਵਿੱਚ ਮੈਂ ਹਾਂ ਹਾਜ਼ਰ। ਜਦੋਂ ਮੈਂ ਉਹਦਾ ਸੁੱਖ ਫੀਲ ਕਰਾਂਗਾ ਮੈਂ ਦੁੱਖ ਵੀ ਫੀਲ ਕਰਾਂਗਾ, ਜਦੋਂ ਮੈਂ ਪਲੇਜਰ ਫੀਲ ਕਰਾਂਗਾ ਪੇਨ ਵੀ ਫੀਲ ਕਰਾਂਗਾ, ਕਿਉਂਕਿ ਉਹ ਪੈਕੇਜ ਹੈ ਔਰ ਉਹ ਸਦਾ ਲਈ ਨਹੀਂ ਹੈ। ਤਾਂ ਮਹਾਰਾਜ ਨੇ ਸਾਨੂੰ ਜਪਜੀ ਸਾਹਿਬ ਵਿੱਚ ਅੱਗੇ ਜਾ ਕੇ ਸਮਝਾਉਣਗੇ ਕਿ ਈਗੋ ਜਿਹੜੀ ਹੈ ਇਹ ਪਰਮਾਨੈਂਟ ਨਹੀਂ ਹੈ, ਇਹ ਪਰਦੇ ਦੀ ਤਰ੍ਹਾਂ ਹੈ, ਸਾਡੇ ਜੋਤ ਸਦਾ ਹਾਜ਼ਰ ਹੈ। ਤਾਂ ਅਸੀਂ ਅਗਰ ਗੁਰੂ ਸ਼ਬਦ ਨੂੰ ਤੋੜ ਕੇ ਉਹਦੀ ਵਿਆਖਿਆ ਕਰੀਏ ਤਾਂ ਗੂ ਦਾ ਮਤਲਬ ਹੈ ਹਨੇਰਾ ਔਰ ਰੂਹ ਦਾ ਅਰਥ ਹੈ ਉਸ ਨੂੰ ਹਟਾਉਣ ਵਾਲਾ। ਇਹਦਾ ਮਤਲਬ ਪ੍ਰਕਾਸ਼ ਤਾਂ ਹੈ
ਹਨੇਰਾ ਉਹਦੇ ਹੈ ਅੱਗੇ ਹੈ ਜਿਹੜਾ ਗੁਰੂ ਹਟਾਉਂਦਾ ਹੈ। ਆਪ ਸਮਝ ਰਹੇ ਹੋ, ਉਹ ਲਾਈਟ ਆਨ ਪ੍ਰਕਾਸ਼ ਲਿਆਉਣ ਦੀ ਗੱਲ ਨਹੀਂ ਕਰ ਰਹੇ, ਉਹ ਹਨੇਰੇ ਨੂੰ ਹਟਾਉਣ ਦੀ ਗੱਲ ਕਰ ਰਹੇ ਆ। ਜਿਵੇਂ ਕੋਈ ਪਰਦਾ ਪਿਆ ਹੋਏ ਲਾਈਟ ਅੱਗੇ, ਹਨੇਰੇ ਨੂੰ ਹਟਾਣਾ ਔਰ ਜੋਤ ਨੂੰ ਲਿਆਣਾ ਦੋਨਾਂ 'ਚ ਬੜਾ ਫਰਕ ਹੋ। ਤਾਂ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਸਮਝਾਇਆ ਵੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਾਣੀ ਸਾਨੂੰ ਇਸ ਇੱਕ ਓਮਕਾਰ ਦੀ ਸੀਮਲੈਸਨੈਸ ਵੱਲ ਲਿਜਾ ਰਹੀ ਹੈ, ਹਉਮੈ ਤੋਂ ਦੂਰ ਲਿਜਾ ਕੇ, ਹਉਮੈ ਨੂੰ ਤਿਆਗ ਕੇ ਇਸ ਨਿਰੰਕਾਰ ਨੂੰ ਜਾਣਨ ਦੀ ਵਿਧੀ ਸਮਝਾ ਰਹੀ ਹੈ। ਹਉਮੈ ਸਾਨੂੰ, ਇਹ ਬਾਣੀ ਪੂਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਇੱਕ ਮਾਰਗਦਰਸ਼ਨ ਕਰਦੇ ਹੈ ਕਿ ਮੈਂ ਇੱਕ ਓਮਕਾਰ ਦੀ ਪ੍ਰੈਜ਼ੈਂਸ ਨੂੰ ਕਿਵੇਂ ਜਾਣ ਸਕਦਾ ਹਾਂ, ਕਿਵੇਂ ਫੀਲ ਕਰ ਸਕਦਾ ਹਾਂ, ਔਰ ਉਸ ਦੇ ਨਾਲ ਉਹਦਾ ਰੂਪ ਹੋ ਕੇ ਸਦਾ ਲਈ ਕਿਵੇਂ ਹੋ ਸਕਦਾ। ਤੋ ਕਰਤਾ ਜਿਹੜਾ ਹੈ ਨਿਰਾਕਾਰ ਹੈ, ਉਹਦੇ ਕਰਕੇ ਮੈਂ ਸਵਾਸ ਲੈ ਰਿਹਾ, ਉਸ ਸਵਾਸਾਂ ਨਾਲ ਮੈਂ ਵੀ ਕਰਤਾ ਹਾਂ। ਜੋ ਮੈਂ ਹਉਮੈ ਦੇ ਵਿੱਚ ਕਰ ਰਿਹਾ ਹਾਂ ਉਹਦੇ ਭੋਗ ਮੈਂ ਭੋਗਾਂਗਾ, ਉਹਦੀ ਜ਼ਿੰਮੇਵਾਰੀ ਉਸਦੀ ਨਹੀਂ ਹੈ। ਜੋ ਮੈਂ ਹਉਮੈ ਤੋਂ ਪਰੇ ਕਰਮ ਕਰਾਂਗਾ ਉਹਦੀ ਜ਼ਿੰਮੇਵਾਰੀ ਉਹਦੀ ਹੈ। ਹਉਮੈ ਤੋਂ ਪਰੇ ਕਰਮ ਕੀ ਹੈ? ਨਾਮ ਹੈ। ਜਿੱਥੇ ਮੈਂ ਨਹੀਂ ਹਾਂ ਉੱਥੇ ਨਿਰਾਕਾਰ ਹੈ, ਉੱਥੇ ਉਹ ਜ਼ਿੰਮੇਵਾਰ ਹੈ, ਕਿਉਂਕਿ ਉਹ ਹਾਜ਼ਰ ਹੈ, ਮੈਂ ਹਾਂ ਹੀ ਨਹੀਂ। ਤਾਂ ਕਰਤਾ ਦਾ ਦੋ ਰੂਪ ਅਸੀਂ ਦੇਖ ਲਏ। ਇੱਕ ਕਰਤਾ ਜਿਹੜਾ ਨਿਰਾਕਾਰ ਦੇ ਵਿੱਚ ਸਾਰਾ ਕਰਤਾ ਹੈ, ਉਹ ਸਭ ਕੁਝ ਕਰਦਾ ਪਿਆ ਹੈ, ਇਨਕਲੂਡਿੰਗ ਮੈਨੂੰ ਸਵਾਸ ਦੇ ਰਿਹਾ, ਸ਼ਕਤੀ ਦੇ ਰਿਹਾ। ਇੱਕ ਕਰਤਾ ਮੈਂ ਹਾਂ, ਜਿਹੜੀ ਕਰਤਾ ਹਉਮੈ ਦੇ ਨਾਲ ਕਰ ਰਿਹਾ ਹੈ, ਔਰ ਉਹਦਾ ਕਰਨਾ ਸਮੇਂ ਦੇ ਵਿੱਚ ਹੀ ਹੈ, ਔਰ ਚੇਂਜ ਨਾਲ ਭਰਿਆ ਹੋਇਆ, ਸਟੇਬਲ ਨਹੀਂ ਹੈ, ਕਦੇ ਵੀ ਸਟੇਬਲ ਨਹੀਂ ਹੋਏਗਾ। ਔਰ ਇਹਨਾਂ ਦੋਨਾਂ ਕਰਤਿਆਂ ਦੇ ਵਿੱਚ ਇੱਕ ਬ੍ਰਿਜ ਦਿੱਤਾ ਹੈ, ਜਿਵੇਂ ਬ੍ਰਿਜ ਕਹਿੰਦੇ ਇੱਕ ਚੈਨਲ ਪਾਰ ਕਰਨ ਦਾ, ਉਹ ਹੈ ਨਾਮ। ਤਾਂ ਜਿਤਨਾ ਅਸੀਂ ਨਾਮ ਦੇ ਨੇੜੇ ਹੋਵਾਂਗੇ ਉਤਨਾ ਸਾਨੂੰ ਪਾਰ ਜਾਣ ਦੀ ਐਫਰਟਲੈਸਨੈਸ, ਸਹਿਜਤਾ ਸਾਡੇ ਜੀਵਨ ਵਿੱਚ ਖਿਲੇਗੀ, ਉਤਨਾ ਸਾਨੂੰ ਮਨ ਹਲਕਾ ਰਹੇਗਾ, ਉਤਨਾ ਸੱਤ ਦੇ ਦਰਸ਼ਨ ਰਹਿਣਗੇ, ਨਿਰਾਕਾਰ ਦੇ ਨੂੰ ਫੀਲ ਕਰ ਸਕਾਂਗੇ, ਉਹਦੀ ਪ੍ਰੈਜ਼ੈਂਸ ਨੂੰ। ਗੁਰੂ ਸਾਹਿਬ ਦੇ ਕਹਿੰਦੇ ਆ ਕਿ ਫਿਰ ਉਹਨੂੰ ਜਾਣ ਵੀ ਸਕਦੇ, ਦੇਖ ਵੀ ਸਕਦੇ, ਇਸ ਸਰੀਰ ਤੋਂ ਪਰੇ ਵੀ ਜੀ ਸਕਦੇ। ਬੜੇ ਹੋਰ ਮਹਾਰਾਜ ਨੇ ਫਿਰ ਭੇਦ ਖੋਲੇ, ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਬਾਣੀ ਵਿੱਚ ਬਹੁਤ ਕੁਝ ਖੋਲਿਆ। ਜਿਵੇਂ ਉਸ ਦਿਨ ਵੀਰ ਵਿਚਾਰਦੇ ਸੀਗੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇਹ ਫਿਰ ਭਾਵਨਾ ਆ ਗਈ ਨਾ ਮਹਾਰਾਜ। ਗੁਰਦੁਆਰਾ ਜਿਹੜਾ ਹੈ ਉਹ ਭਾਵਨਾ ਹੀ ਹੈ, ਡਿਫਾਈਨ ਕਰਦਾ, ਬ੍ਰਿਕ ਐਂਡ ਮੋਟਰ ਨਹੀਂ ਹੈ। ਬ੍ਰਿਕ ਐਂਡ ਮੋਟਰ ਨੂੰ ਅਸੀਂ ਫਿਰ ਬਣਾ ਲੈਂਦੇ ਹਾਂ ਕਿਉਂਕਿ ਸਾਡੀ ਭਾਵਨਾ ਜੁੜੀ ਹੋਈ ਹੈ। ਅਸੀਂ ਭਾਵਨਾ ਗੁਰੂ ਨਾਲ ਸਿੱਖ ਨੇ ਇਨਵੈਸਟ ਕੀਤੀ ਹੋਈ ਹੈ। ਤੁਸੀਂ ਦੀਵਾਰ ਤੋੜੋਗੇ ਗੁਰਦੁਆਰੇ ਦੀ, ਉਹ ਭਾਵਨਾ ਫਿਰ ਖੜੀ ਕਰ ਦੇਗੀ। ਸਤ ਭਾਵਨਾ ਹੈ, ਉਹਨਾਂ ਨਾਲ ਭਾਵਨਾਵਾਂ ਜੁੜੀਆਂ ਹਨ। ਕਾਫੀ ਸਾਡੇ ਚੋਂ ਲੋਕ ਜਿਹੜੇ 84 ਦੇ ਅਟੈਕ ਦੇਖੇ, ਕਿੰਨਾ ਵਿਲਾਪ ਹੋਇਆ ਮਨ ਚ। ਗੁਰੂ ਦਾ ਸਥਾਨ ਹੈ, ਮੇਰਾ ਸਥਾਨ ਹੈ, ਅਧਿਆਤਮ ਦਾ ਸਥਾਨ ਹੈ, ਪ੍ਰੇਮ ਦਾ ਸਥਾਨ ਹੈ, ਨਾਮ ਦਾ ਸਥਾਨ ਹੈ। ਮੇਰੀ ਹੋਪਲੈਸਨੈਸ ਦੀ ਆਨਸਰ ਦਾ ਸਥਾਨ ਹੈ, ਜਿੱਥੇ ਮੈਂ ਅਗਰ ਹੋਪਲੈਸ ਹੋ ਜਾਵਾਂ ਮੈਂ ਜਾ ਕੇ ਢਹਿ ਸਕਦਾ ਵਾਂ। ਤੇ ਇਸ ਤਰ੍ਹਾਂ ਦੇਖੀਏ ਤੇ ਮੇਰੇ ਸਰਬ ਆਲ ਪਾਵਰਫੁਲ ਦਾ ਸਥਾਨ ਹੈ। ਜਦੋਂ ਮੇਰੇ ਸ਼ਕਤੀ ਨਾ ਰਹਿ ਜਾਏ, ਬਲ ਨਾ ਰਹਿ ਜਾਏ, ਉਹ ਮੈਨੂੰ ਗੁਰੂ ਬਲ ਦਿੰਦਾ ਹੈ। ਦਰਵਾਜ਼ਾ ਭਾਵਨਾ ਹੈ, ਗੁਰਦੁਆਰਾ ਜਿਹੜਾ ਹੈ ਉਹ ਭਾਵਨਾ ਹੈ। ਤੇ ਜਿਤਨਾ ਅਸੀਂ ਪੇਨ ਨੂੰ ਡਿਨਾਈ ਕਰਾਂਗੇ ਉਤਨਾ ਦੂਰ ਚਲੇ ਜਾਵਾਂਗੇ। ਜਿਤਨਾ ਪੇਨ ਨੂੰ ਗ੍ਰਹਿਣ ਕਰ ਲਾਂਗੇ, ਪ੍ਰੋਸੈਸ ਕਰ ਲਾਂਗੇ, ਦਰਦ ਨੂੰ ਪ੍ਰੋਸੈਸ ਕਰ ਲਾਂਗੇ, ਉਤਨਾ ਮਨ ਹਲਕਾ ਹੋ ਜਾਏਗਾ, ਉਤਨਾ ਮਨ ਜੁੜਨ ਨੂੰ ਤਿਆਰ ਹੋ ਜਾਏਗਾ, ਮਨ ਇਕਾਗਰ ਹੋ ਜਾਏਗਾ। ਬਾਅਦ ਦਫਾ ਲੋਕ ਪੁੱਛਦੇ ਆ ਜੀ ਇਕਾਗਰ ਨਹੀਂ ਹੋ ਰਿਹਾ ਮਨ, ਇਸ ਕਾਰਨ ਕਰਕੇ ਨਹੀਂ, ਟੂ ਮਚ ਬੈਗੇਜ ਇਨ ਦਾ ਮਾਈਂਡ। ਔਰ ਉਹ ਸਰਫੇਸ ਵਿੱਚ ਦਿਖਦਾ ਥਾਟਸ ਦੇ ਨਾਲ, ਪਰ ਮਨ ਦੇ ਅੰਦਰ ਕਈ ਕਰੋੜਾਂ ਦੁੱਖ ਸਾਹਿਬ ਕਹਿੰਦੇ ਕਿ ਭਰੇ ਹੋਏ ਆ ਭਾਈ। ਇਨਕੰਪਲੀਟਨੈਸ ਭਰੀ ਹੈ, ਫਰਸਟ੍ਰੇਸ਼ਨ ਭਰੀ ਹੈ, ਵਿਰਲਾਪ ਭਰਿਆ ਹੈ, ਪਰੇਸ਼ਾਨੀਆਂ ਭਰੀਆਂ, ਹੋਪਲੈਸਨੈਸ ਭਰੀ, ਕਾਫੀ ਸਾਰੀ ਇਮੋਸ਼ਨਸ ਬੈਗੇਜ ਬਣ ਗਈ ਹੈ।
ਉਹਦੇ ਕਰਕੇ ਮਨ ਭਾਰੀ ਹੋ ਗਿਆ। ਤਾਂ ਇਹਨੂੰ ਹਲਕਾ ਕਰਨ ਦੀ ਲੋੜ ਹੈ। ਕਿਸ ਤਰ੍ਹਾਂ ਕਰੀਏ? ਇੱਕ ਤਾਂ ਇਹ ਹੈ ਕਿ ਇਹਨੂੰ ਸਰਫੇਸ ਤੇ ਜਾਣ ਲਈਏ, ਕਿ ਮੇਰੇ ਵਿਚਾਰ ਆ ਰਹੇ ਨੇ, ਇਹਨਾਂ ਨੂੰ ਜਾਣ ਦਈਏ, ਹਲਕਾ ਹੋਣ ਦਈਏ। ਦੂਸਰਾ, ਇਹਨੂੰ ਨਾਮ ਨਾਲ ਜੋੜੀਏ, ਮਨ ਨੂੰ। ਦੇਖੋ, ਇੱਕ ਆਪ ਨਾਲ ਇਹ ਵੀ ਮੈਂ ਸਾਂਝੀ ਕਰਨੀ ਸੀ ਗੱਲ, ਕਿ ਗੁਰੂ ਸਾਹਿਬ ਨੇ ਸਟਿਮੂਲੈਂਟ ਦਿੱਤੇ ਆ ਸਾਨੂੰ। ਸਟਿਮੂਲੈਂਟ ਜਾਣਦੇ ਹੋ ਕਿ ਜਿਹਦੇ ਨਾਲ ਅਸੀਂ ਸਟਿਮੂਲੇਟ ਹੋਵਾਂਗੇ। ਜਿਵੇਂ ਸ਼ਰਾਬੀ ਆਦਮੀ ਇੱਕ ਸ਼ਰਾਬ ਨੂੰ ਸਟਿਮੂਲੈਂਟ ਲੈ ਕੇ ਚੱਲਦਾ। ਹੁਣ ਅਸੀਂ ਦੇਖਿਆ ਲੋਕਡਾਊਨ ਦੀ ਇੱਕ ਬੜੀ ਵੱਡੀ ਪਰੇਸ਼ਾਨੀ ਕਿ ਸ਼ਰਾਬ ਹੀ ਨਹੀਂ ਮਿਲਦੀ ਪਈ, ਉਹਦਾ ਸਟਿਮੂਲੈਂਟ ਚਲਾ ਗਿਆ। ਤਾਂ ਸਿੱਖ ਦਾ ਸਟਿਮੂਲੈਂਟ ਕੀ ਹੈ? ਸਾਡਾ ਸਟਿਮੂਲੈਂਟ ਹੈ ਨਾਮ। ਇੱਕ ਸਟਿਮੂਲੈਂਟ ਸਾਨੂੰ ਨਾਲ ਜੋੜਿਆ ਗੁਰੂ ਸਾਹਿਬ ਨੇ, ਜਿਹੜਾ ਗੁਰੂ ਨਾਨਕ ਸਾਹਿਬ ਨਾਲ ਲੈ ਕੇ ਚੱਲ ਰਹੇ ਹੈ, ਮਿਊਜ਼ਿਕ। ਕਿਉਂਕਿ ਮਿਊਜ਼ਿਕ ਵਿੱਚ ਐਬਿਲਿਟੀ ਹੈ ਮਨ ਨੂੰ ਇਕਾਗਰ ਕਰਨ ਦੀ। ਮਨ ਆਪ ਦਾ ਨਹੀਂ ਜੁੜਦਾ, ਆਪ ਮਿਊਜ਼ਿਕ ਵਿੱਚ ਥੋੜਾ ਜਿਹਾ ਧਿਆਨ ਕਰੋ। ਇਹ ਨਹੀਂ ਕਿ ਸੁਣੋ ਰਿਕਾਰਡਿੰਗ ਵਿੱਚ, ਨਾ, ਆਪ ਗਾਓ। ਮਹਾਰਾਜ ਨੇ ਤਾਂ ਸਾਨੂੰ ਆਦੇਸ਼ ਕੀਤਾ, ਗਾਵੀਏ, ਸੁਣੀਏ, ਮਨ ਰੱਖੀਏ ਭਾਓ। ਇਹ ਤਿੰਨ ਚੀਜ਼ਾਂ ਰੱਖੀਆਂ ਮਹਾਰਾਜ ਨੇ ਸਾਹਮਣੇ। ਕਿਉਂਕਿ ਅਗਰ ਅੱਖਾਂ ਬੰਦ ਕਰ ਲਾਂਗਾ, ਗਾਵਾਂਗਾ, ਸੁਣਾਂਗਾ ਔਰ ਭਾਵਨਾ ਵਿੱਚ ਹੋਏਗੀ, ਤਾਂ ਮੇਰੀ ਪੂਰੀ એનર્ਜੀ 99% ਜੁੜ ਗਈ। ਔਰ એનર્ਜੀ ਨੂੰ ਡਿਸਿਪੇਟ ਹੋਣਾ ਹੈ, ਇਹ ਮਨ 'ਚ ਡਿਵਾਈਡਡ ਮਾਈਂਡ ਦੀ ਨੇਚਰ ਹੈ। ਜਿਹੜਾ ਮਨ ਬਾਰ-ਬਾਰ ਚੰਚਲ ਰੂਪ ਵਿੱਚ ਹਿਲਦਾ ਰਹਿੰਦਾ, ਉਹ ਫਿਰ એનર્ਜੀ ਨੂੰ ਖਰਾਬ ਕਰਦਾ। ਤਾਂ ਮਿਊਜ਼ਿਕ ਇੱਕ ਬੜਾ ਵੱਡਾ ਸਟਿਮੂਲੈਂਟ ਹੈ। ਤਾਰ ਵਾਲੇ ਇੰਸਟਰੂਮੈਂਟ ਗਿਣੇ ਜਾਂਦੇ ਹੈ, ਜਿਵੇਂ ਰਬਾਬ ਵੀ ਇੱਕ ਤਾਰ ਦਾ ਇੰਸਟਰੂਮੈਂਟ ਹੈ। ਇਹ ਮਨ ਨੂੰ ਫੋਕਸ ਕਰਦਾ ਹੈ। ਫੋਕਸਡ ਮਾਈਂਡ ਕੀ ਹੋਇਆ? ਸੁਰਤ ਇਕਾਗਰ ਹੋ ਗਈ। ਹੁਣ ਮਨ ਦੀ ਥਾਟਸ ਤੋਂ ਪਰੇ ਚਲੇ ਗਏ। ਤਾਂ ਆਪ ਦੇਖੋ, ਅਸੀਂ ਕੋਈ ਇਨਸਾਨ ਬਹੁਤ ਦੁਖੀ ਹੁੰਦਾ ਹੈ, ਉਹ ਗਾਣ ਨਾਲ ਆਪਣਾ ਦੁੱਖ ਨੂੰ ਪ੍ਰਗਟ ਕਰ ਦਿੰਦਾ। ਬਹੁਤ ਸੁਖੀ ਹੁੰਦਾ ਹੈ, ਉਹ ਆਨੰਦ ਵਿੱਚ ਗਾਉਂਦਾ ਹੈ। ਤਾਂ ਇਮੋਸ਼ਨਸ ਦਾ ਐਕਸਪ੍ਰੈਸ਼ਨ ਗਾਣਾ ਹੈ, ਮਿਊਜ਼ਿਕ ਹੈ। ਇੱਕ ਟੂਲ ਹੈ ਸਾਡੇ ਕੋਲ। ਤਾਂ ਸਾਨੂੰ ਇਹ ਹਰ ਘਰ ਵਿੱਚ ਸਾਨੂੰ ਅਭਿਆਸ ਆਉਣਾ ਚਾਹੀਦਾ ਮਿਊਜ਼ਿਕ ਦਾ, ਰਾਗਾਂ ਦਾ ਗਿਆਨ ਹੋਣਾ ਚਾਹੀਦਾ। ਇਹ ਸਿਰਫ ਇੱਕ ਡਾਕੂਮੈਂਟ ਹੈ ਪੂਰੀ ਦੁਨੀਆ ਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਰਾਗਾਂ ਨਾਲ ਇੰਡੈਕਸਿੰਗ ਕੀਤੀ ਹੋਈ ਹੈ। ਸਿਰਫ ਇਹ ਡਾਕੂਮੈਂਟ, ਇਹਦਾ ਬਹੁਤ ਜ਼ਰੂਰੀ। ਰਾਗ ਨੂੰ, ਸ਼ਬਦ ਨੂੰ ਰਾਗ ਦੇ ਨਾਲ ਬਿਠਾਇਆ ਹੈ। ਸ਼ਬਦ ਨਾਲ ਸਾਡੀ ਅਵੇਕਨਿੰਗ ਹੈ। ਰਾਗ ਪੇਸ਼ ਕਰ ਰਿਹਾ ਸ਼ਬਦ ਨੂੰ, ਤਾਂ ਕਿ ਧਿਆਨ ਉਹਦੇ ਵਿੱਚ ਆਸਾਨੀ ਰੂਪ ਨਾਲ ਲੱਗ ਜੇ। ਰਾਗ ਤੇ ਫੋਕਸ ਨਹੀਂ ਹੈ, ਫੋਕਸ ਸ਼ਬਦ ਤੇ ਹੈ। ਪਰ ਰਾਗ ਹਾਰਮੋਨੀ ਵਿੱਚ ਲਿਆ ਕੇ ਮਨ ਨੂੰ ਫੋਕਸ ਕਰਨ ਦਾ ਇੱਕ ਤਰੀਕਾ ਹੈ। ਆਪ ਸਮਝ ਰਹੇ ਹੋ? ਸਾਨੂੰ ਗਾਣ ਦੇ ਜਿਹੜੇ ਰਾਗ ਹੈ, ਉਸ ਨੂੰ ਫੋਕਸ ਕਰਕੇ ਸ਼ਬਦ ਨੂੰ ਭੁੱਲ ਜਾਈਏ, ਉਹ ਗੁਰਮਤ ਨਹੀਂ ਹੋਏਗੀ। ਸ਼ਬਦ ਤੇ ਫੋਕਸ ਕਰਕੇ ਰਾਗ ਨਾਲ ਧਿਆਨ ਜੋੜ ਲਈਏ, ਇਹ ਗੁਰਮਤ ਦੇ ਅਨੁਸਾਰ ਅਸੀਂ ਚੱਲ ਪਏ। ਮਨ ਨੂੰ ਪ੍ਰੇਰੀਏ, ਕੋਈ ਵਾਇਲਨ ਸਿੱਖੇ, ਕੋਈ ਹਾਰਮੋਨੀਅਮ ਸਿੱਖੇ, ਕੋਈ ਤਾਨਪੁਰਾ ਹੈ, ਸਿਤਾਰ ਹੈ, ਸਾਰੰਗੀ ਹੈ। ਇਹ ਮੈਂ ਆਪ ਨਾਲ ਵੈਸੇ ਸ਼ੇਅਰ ਕਰਦਾ, ਜੋ ਸਾਨੂੰ ਬਜ਼ੁਰਗਾਂ ਨੇ ਇਹੀ ਗੱਲਾਂ ਸਮਝਾਈਆਂ। ਇਸ ਕਰਕੇ ਮੈਂ ਵੀ ਕੀਰਤਨ ਕਰਦਾ। ਮੈਨੂੰ ਕਿਹੜਾ ਕੋਈ ਕੀਰਤਨ ਆਉਂਦਾ ਸੀ? ਤਾਂ ਰਾਤ ਦੇ ਹਨੇਰੇ ਵਿੱਚ ਜਦੋਂ ਬੈਠ ਕੇ ਮਹਾਰਾਜ ਦੇ ਸ਼ਬਦ ਵਿੱਚ ਲੀਨ ਹੁੰਦਾ ਹੈ ਮਨ, ਤਾਂ ਭੁੱਲ ਜਾਂਦਾ ਹੈ ਕੌਣ ਹੈ ਆਲੇ ਦੁਆਲੇ। ਕੇਵਲ ਸ਼ਬਦ ਦੇ ਦਰਸ਼ਨ ਰਹਿੰਦੇ ਹੈ। ਇੱਕ ਹੀਲਿੰਗ ਹੁੰਦੀ ਹੈ। ਬਾਬਾ ਜੀ ਕਹਿੰਦੇ ਸੀ, ਇਹ ਮਨ ਦੇ ਆਪਰੇਸ਼ਨ ਦਾ ਸਮਾਂ ਹੈ। ਹੀਲ ਕਰ ਰਹੇ ਮਨ ਨੂੰ। ਕਹਿੰਦੇ ਮਨ ਦੇ ਆਪਰੇਸ਼ਨ ਦਾ ਸਮਾਂ ਹੈ ਭਾਈ। ਇਸ ਵੇਲੇ ਧਿਆਨ ਨਾਲ ਸ਼ਬਦ ਵਿੱਚ ਲੀਨ ਹੋ ਜਾਓ। ਉਹਦਾ ਦਾ ਨੇਮ, ਉਹ ਤੇ ਭੱਜ ਕੇ ਜਾਂਦੇ ਸੀ ਜਿਵੇਂ ਕੋਈ ਟ੍ਰੇਨ ਛੁੱਟ ਰਹੀ ਹੁੰਦੀ ਹੈ। 3 ਵਜੇ ਉਹਨਾਂ ਨੇ ਉਂਗਲੀ ਤੇ ਬਾਜੇ ਤੇ ਉਂਗਲੀ ਰੱਖਣੀ ਹੈ। 2:30 ਵਜੇ ਦਾ ਇਸ਼ਨਾਨ ਕਰਨਾ ਹੀ ਕਰਨਾ ਹੈ। ਬਾਅਦ ਵਿੱਚ ਫਿਰ ਉਮਰ ਤਾਂ ਜ਼ਿਆਦਾ ਨਹੀਂ, ਸਿਹਤ ਖਰਾਬ ਹੋ ਗਈ ਫਿਰ। ਪਰ ਉਹਨਾਂ ਨੇ ਰਾਹ ਦਿਖਾਤਾ ਕਈ ਸਾਲ ਅਭਿਆਸ ਕਰਾ ਕੇ। ਮਹਾਰਾਜ ਕੀ ਹੈ ਕਿ ਸ਼ਬਦ ਸਾਡਾ ਸੰਗੀ ਸਾਥੀ, ਸਾਡੀ ਵੈਲਥ, ਇਹ ਸਭ ਸ਼ਬਦ ਹੈ। ਗੁਰੂ ਨਾਲ ਪ੍ਰੇਮ, ਇਹ ਸਾਡਾ ਸਟਿਮੂਲੈਂਟ ਹੈ।
ਨਾਮ ਸਾਡਾ ਸਟਿਮੂਲੈਂਟ ਹੈ। ਵਿਵੇਕ ਬੁੱਧੀ ਵਿੱਚ ਕੁਝ ਕਰਾਂਗੇ ਤਾਂ ਹੋ ਸਕਦਾ ਹੈ ਨਾਮ ਤੋਂ ਪ੍ਰੇਰਿਤ ਹੋ ਕੇ ਸਾਡੇ ਕਰਮ ਵੀ ਬਦਲੀ ਹੋ ਜਾਣ। ਕਿਉਂਕਿ ਮਹਾਰਾਜ ਨੇ ਸਾਨੂੰ ਉਸ ਦਿਨ ਸ਼ਬਦ ਵਿੱਚ ਸਮਝਾਇਆ ਵੀ ਹੈ ਕਿ ਜਦੋਂ ਇੱਕ ਵਾਰ ਸਿੰਘ ਦੀ ਸ਼ਰਨ ਜਾਵਾਂਗੇ ਤਾਂ ਫਿਰ ਕਰਮ ਨਹੀਂ ਦੁਖੀ ਦੇਣਗੇ, ਨਦਰ ਦੀ ਸ਼ਰਨ ਵਿੱਚ ਜਾਣਾ ਹੈ। ਤਾਂ ਹੁਣ ਸਾਰੀ ਗੱਲ ਇਹ ਆਂਦੀ ਹੈ ਕਿ ਓਮਕਾਰ ਦੇ ਪ੍ਰਗਟਾਵੇ ਵਾਸਤੇ ਸਾਨੂੰ ਹੰਕਾਰ ਦੀ ਇਹ ਦੀਵਾਰ ਤੋੜਨੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਹੈ ਕਿ ਕੂੜ ਦੀ ਦੀਵਾਰ ਤੋੜ ਪਾਈ। ਇਹਨੂੰ ਅਸੀਂ ਇੱਕ ਬੜਾ ਵੱਡਾ ਸਬਜੈਕਟ ਬਣਾ ਕੇ ਬੈਠ ਗਏ ਹਾਂ। ਇਹ ਸਾਡੇ ਮਨ ਵਿੱਚ ਇੱਕ ਬੜੀ ਪ੍ਰੋਬਲਮ ਬਣ ਗਈ ਹੈ। ਸਾਨੂੰ ਲੱਗਦਾ ਕਿ ਅਸੀਂ ਨਹੀਂ ਕਰ ਪਾਵਾਂਗੇ, ਅਸੀਂ ਪਹਿਲੇ ਹੀ ਹਾਰ ਜਾਂਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇਤਨਾ ਮੁਸ਼ਕਿਲ ਨਹੀਂ ਜਿਤਨਾ ਅਸੀਂ ਬਣਾ ਬੈਠੇ ਹਾਂ। ਅਸੀਂ ਉਹ ਸਾਂਝ ਨਹੀਂ ਪਾ ਕੇ ਤਿਆਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਕਹੀਆਂ ਕਿ ਬਾਣੀ ਨਾਲ ਪਿਆਰ ਪਾ, ਬਾਣੀ ਨਾਲ ਅਭਿਆਸ ਕਰ, ਬਾਣੀ ਨਾਲ ਫਲਾਈਟ ਲੈ, ਗਾ, ਸੁਣ, ਵਿਰਾਗ ਕਰ, ਪ੍ਰੇਮ ਕਰ ਤੇ ਗੁਰੂ ਨਾਲ ਕਰ। ਮੈਂ ਉਸ ਮਾਰਗ ਨੂੰ, ਉਹਦਾ ਫਲ ਨਹੀਂ ਚੱਖਿਆ, ਉਹਦਾ ਟੇਸਟ ਨਹੀਂ ਲਿਆ ਮੈਂ, ਤਾਂ ਮੈਂ ਪਹਿਲੇ ਹਾਰੀ ਬੈਠਾ ਕਿ ਕੌਣ ਈਗੋ ਕੌਣ, ਈਗੋ ਕਿੱਥੋਂ ਜਾ ਸਕਦੀ ਹੈ, ਜਾਣੀ ਤਾਂ ਹੈ ਹੀ ਨਹੀਂ ਈਗੋ। ਦਰਅਸਲ ਇਹ ਵੀ ਭੁਲੇਖਾ ਹੈ। ਟ੍ਰਾਂਸਫਰਮੇਸ਼ਨ ਰਹੇਗੀ ਈਗੋ ਦੀ, ਔਰ ਉਸ ਤੋਂ ਪਰੇ ਜ਼ਰੂਰ ਜਾ ਸਕਦਾ ਮੈਂ। ਉਹ ਬਾਣੀ ਦੇ ਵਿੱਚ ਸਾਨੂੰ ਸ਼ਬਦ ਦੇ ਰਾਹੀਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਹੈ ਕਰਨ ਵਾਸਤੇ। ਅਗਰ ਉਹਦੇ ਸਿੱਖ ਹੈਗੇ ਆ, ਸਾਨੂੰ ਟੁਰਨਾ ਹੈ। ਸਿੱਖ ਦਾ ਮਤਲਬ ਟੁਰਨਾ ਹੈ, ਨਿਕਲਣਾ ਹੈ। ਜਿਤਨਾ ਪ੍ਰੇਰਨਾ ਲੈ ਕੇ ਗੁਰੂ ਦੀ ਹਜ਼ੂਰੀ 'ਚ ਮੱਥਾ ਟੇਕ ਕੇ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਵੱਲ ਟੁਰਨਾ ਸ਼ੁਰੂ ਕਰ ਦਿਆਂਗੇ, ਮਹਾਰਾਜ ਸਾਡੇ ਨਾਲ ਟੁਰਨਗੇ। ਕਿਉਂਕਿ ਅਸੀਂ ਉਹਨਾਂ ਨੂੰ ਮਨ 'ਚ ਲੈ ਕੇ ਚੁਰਦੇ ਹਾਂ। ਗੁਰੂ ਕਿੱਥੇ ਹੈ? ਸਿੱਖ ਦੀ ਅਰਾਧਨਾ 'ਚ ਹੈ। ਸਿੱਖ ਅਰਾਧੇਗਾ, ਗੁਰੂ ਹਾਜ਼ਰ ਹੈ। ਗੁਰੂ ਤਾਂ ਕਿਧਰੇ ਨਹੀਂ ਗਏ, ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਪ੍ਰੈਜ਼ੈਂਸ ਹੈ। ਕੋਈ ਹਿਸਟੋਰੀਕਲ ਐਂਟਿਟੀ ਸੀਗੇ, ਬਟ ਸਪਿਰਿਚੁਅਲੀ ਲਿਵਿੰਗ ਸੋਲ ਸਪਿਰਿਟ ਹੈ, ਜਾਗਦੀ ਜੋਤ ਹੈ। ਤਾਂ ਮਹਾਰਾਜ ਸਾਨੂੰ ਕਰਤੇ ਦੀ ਗੱਲ ਸੁਣਾਉਂਦੇ ਆ ਕਿ ਭਾਈ ਉਹ ਸਭ ਕੁਝ ਕਰਦਾ ਹੈ, ਕਰਤਾ ਉਹੀ ਹੈ। ਉਹਨੂੰ ਜਾਣ ਲੈਣਾ, ਈਗੋ ਨੂੰ ਡ੍ਰੌਪ ਕਰੇਗਾ, ਜਾਣ ਲਏਗਾ ਕਿ ਸਿਰਫ ਉਹੀ ਹੈ। ਈਗੋ ਦੇ ਵਿੱਚ ਰਹਿ ਕੇ ਪ੍ਰਸ਼ਨ ਜ਼ਰੂਰ ਉਠਾ ਸਕਦੇ ਆ ਕਿ ਮੈਨੂੰ ਤਾਂ ਨਹੀਂ ਦਿਖਦਾ ਕਿੱਥੇ ਉਹ ਹੈ, ਪਰ ਜਦ ਤੱਕ ਹੰਕਾਰ ਰਹੇਗਾ, ਹਉਮੈ ਰਹੇਗੀ, ਉਹ ਨਹੀਂ ਆਏਗਾ। ਕੀ ਵਿਧੀ ਹੈ? ਇੱਕ ਬ੍ਰਿਜ ਦੱਸਿਆ ਸਾਨੂੰ ਨਾਮ ਦਾ। ਨਾਮ ਦੇ ਸਹਾਰੇ ਤੁਰਨਾ ਹੈ। ਨਾਮ ਦੇ ਵਿੱਚ ਨਾਮ ਦੇ ਲਾਭ ਇਹ ਵੀ ਹੈ ਕਿ ਨਾਮ ਦੇ ਨਾਲ ਪ੍ਰੇਮ, ਸਹਿਜ, ਆਨੰਦ ਇਹ ਪਹਿਲੇ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਨਾਮ 'ਚ ਬੈਠਾਂਗੇ, ਲੀਨ ਹੋਵਾਂਗੇ, ਇੱਕ ਖੇੜਾ ਆਏਗਾ ਮਨ ਵਿੱਚ। ਉਸ ਖੇੜੇ ਨੂੰ ਸੰਭਾਲਦੇ ਚੱਲਣਾ ਹੈ। ਦੂਰ ਦਾ ਰਾਹ ਵੀ ਸੌਖਾ ਹੋ ਜਾਏਗਾ। ਇੱਥੇ ਅੰਡੇਸਰੇ ਪਿੰਡ ਸੀਗਾ, ਉਹ ਸਾਡੇ ਕੋਲ ਆਉਂਦੇ ਸੀ। ਲਹਿਰੀ ਜੀ ਕਹਿੰਦੇ ਸੀ, ਇੱਕ ਸੰਤ ਸੀਗੇ ਇੱਥੇ, ਉੱਥੇ ਪਟਿਆਲੇ ਆਉਂਦੇ ਹੁੰਦੇ ਸੀ। ਉਹਨਾਂ ਨੂੰ ਫਿਰ ਮਿਲਣ ਜਾਈਦਾ ਸੀ। ਅਰਵਿੰਦਰ ਵੀਰ ਵੀ ਜਾਂਦੇ ਰਹੇ ਉੱਥੇ ਨੇੜੇ ਹੀ, ਚੰਡੀਗੜ੍ਹ ਦੇ ਨੇੜੇ ਅੰਡੇਸਰੇ ਪਿੰਡ ਹੈਗਾ। ਤੇ ਉਹਨਾਂ ਨੂੰ ਕਹੀਦਾ ਸੀ, ਬਾਬਾ ਜੀ ਕਿਰਪਾ ਕਰਨਾ। ਉਹ ਕਹਿੰਦੇ ਸੀ, ਕਰ ਤੇ ਪਾ, ਤੂੰ ਕਿਰਪਾ ਦੀ ਕੀ ਗੱਲ ਕਰਦਾ, ਤੂੰ ਆਪ ਕਰਨਾ ਹੈ ਤਾਂ ਤੈਨੂੰ ਮਿਲੇਗਾ। ਕਰਨਾ ਤੇ ਤੂੰ ਹੈ ਨਾ। ਇੱਕ ਪਿਆਰ ਦੀ ਗੱਲ ਹੈ ਬਸ। ਉਹਨਾਂ ਦੇ 2-4 ਬਚਨ ਅੱਛੇ ਲੱਗਦੇ ਸੀ। ਕਹਿੰਦੇ ਸੀ, ਟੈਂਦਾ ਡਿੱਗਦਾ ਚੜਦਾ ਜਾ, ਬਸ ਤੂੰ ਛੱਡੀ ਨਾ, ਗਿਰੇਗਾ ਕੋਈ ਨਹੀਂ, ਫਿਰ ਖਲੋ ਜਾ। ਇੱਕ ਅੰਤੇਕਰਨ ਅਰਦਾਸ ਨਾ ਛੱਡੀ। ਇਹ ਸਭ ਤੋਂ ਜ਼ਰੂਰੀ ਗੱਲ ਮੈਨੂੰ ਇਹ ਲੱਗਦੀ ਹੈ, ਕਿਉਂਕਿ ਜੀਵਨ ਵਿੱਚ ਕਈ ਉਤਾਰ ਚੜਾਵ ਆ ਜਾਂਦੇ ਆ। ਔਰ ਆਪ ਇਸ ਗੱਲ ਨੂੰ ਸਮਝਣਾ ਕਿ ਜਿਤਨੇ ਦੁੱਖ ਆਣਗੇ ਜੀਵਨ ਵਿੱਚ, ਉਤਨਾ ਘੜਿਆ ਜਾਏਗਾ ਇਨਸਾਨ, ਅਗਰ ਉਹ ਦੁੱਖਾਂ ਦੇ ਵਿੱਚ ਜੀਣਾ ਸਿੱਖ ਲਏਗਾ। ਮੈਂ ਆਪਣੇ ਨੂੰ ਉਸ ਦਿਨ ਸ਼ੇਖ ਸਾਦੀ ਦੀ ਇੱਕ ਸਟੋਰੀ ਦੱਸੀ ਆਪ ਨੂੰ। ਕਿਵੇਂ ਦੇਖੋ, ਕਿਵੇਂ ਜਿਹੜਾ ਦਰਦ ਦੇ ਵਿੱਚੋਂ ਨਿਕਲਿਆ ਹੁੰਦਾ ਹੈ, ਉਹ ਕਿੰਨਾ ਘਟ ਜਾਂਦਾ ਹੈ। ਉਹ ਦੂਸਰੇ ਦੇ ਦੋਸ਼ ਨੂੰ ਵੀ ਮੂੰਹ ਤੇ ਦੋਸ਼ ਨਹੀਂ ਕਹਿੰਦਾ। ਕਿਤਨਾ ਸੈਂਸਿਟਿਵ ਸੋਲ ਹੈ। ਆਪ ਨੂੰ ਦੱਸਿਆ ਸੀ ਕਿ ਉਹ ਜੂਆ ਖੇਡਦੇ ਵੇ, ਇੱਕ ਸਿੱਖੀ ਹੋਏ ਨਾ ਉਹਦਾ ਕੋਈ, ਉਹਨੂੰ ਬਿਨਾਂ ਦੱਸੇ ਉਹਨੂੰ ਜੂਆ ਛੜਾਤਾ, ਉਹਦੇ ਜੀਵਨ ਨੂੰ ਪਲਟਤਾ, ਔਰ ਆਪਣੇ ਆਪ ਤੇ ਥੱਪੜ ਮਰਵਾਇਆ। ਹੈ ਨਾ ਗੱਲ ਕਮਾਲ ਦੀ। ਇਹੋ ਜਿਹੇ ਲੋਕ ਕੌਣ ਹੁੰਦੇ ਜਿਹੜੇ ਆਪਣੇ ਦੁੱਖ ਨੂੰ ਆਲਿੰਗਨ ਕਰਦੇ ਨੇ, ਵੈਲਕਮ ਕਰਦੇ ਨੇ, ਜੀਵਨ ਤੇ ਸ਼ੇਅਰ ਹੋ ਕੇ ਦੁੱਖ ਦੇ ਵਿੱਚੋਂ ਪਾਰ ਜਾਂਦੇ ਨੇ।
ਇਹ ਦੇਖੋ, ਇਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਜੀਵਨ ਹੈ ਕੀ। ਔਰ ਅਸੀਂ ਤਾਂ ਚੰਗੇ ਨੂੰ ਵੀ ਹੁਣ ਲੱਤਾਂ ਖਿੱਚੀ ਫਿਰਦੇ ਆ। ਦੇਖੋ ਨਾ, ਸਾਡੇ ਹਾਲਾਤ ਕੀ ਹੋ ਗਏ, ਸਾਡੀ ਸੁਸਾਇਟੀ ਦੇ ਹਾਲਾਤ ਕੀ ਹੋ ਗਏ। ਅਸੀਂ ਆਪਣੇ ਆਪ ਨੂੰ ਨਾਮ ਅਭਿਆਸੀ ਕਹਿੰਦੇ ਆ। ਅਸੀਂ ਤਾਂ ਜਿਹੜਾ ਅਭਿਆਸ ਵੀ ਕਰੇਗਾ ਉਹਦੀ ਵੀ ਲੱਤ ਖਿੱਚਣ ਨੂੰ ਫਿਰਦੇ ਆ। ਅਸੀਂ ਤਾਂ ਚੰਗਿਆਂ ਨੂੰ ਵੀ ਮਾੜਾ ਬਣਾਉਣ ਨੂੰ ਫਿਰਦੇ ਆ। ਇੱਥੇ ਤੇ ਮਾੜੇ ਨੂੰ ਵੀ ਮਾੜਾ ਨਹੀਂ ਕਹਿਣ ਨੂੰ ਤਿਆਰ ਹੈ ਨਾ। ਕਿੰਨੀ ਗੱਲ। ਗੁਰੂ ਸਾਹਿਬ ਨੇ ਸੱਜਣ ਠੱਗ ਨੂੰ ਪਲਟਿਆ, ਸੱਜਣ ਠੱਗ ਨੂੰ ਸ਼ਬਦ ਸੁਣਾਇਆ, ਉਹਨੂੰ ਕੁੱਟ ਕੇ ਜੇਲ੍ਹ 'ਚ ਨਹੀਂ ਪਾਇਆ। ਬਾਅਦ ਦਫਾ ਪਲਟਦਾ ਕੌਣ ਹੈ? ਪ੍ਰੇਮ ਨਾਲ ਪਲਟਦਾ ਇਨਸਾਨ। ਜੇ ਸਾਡੇ 'ਚ ਪ੍ਰੇਮ ਦੀ ਘਾਟ ਹੋਏਗੀ, ਫਿਰ ਸਾਡੇ 'ਚ ਸ਼ਮਤਾ ਨਹੀਂ ਹੈ ਬਦਲਣ ਦੀ। ਲੋਕਾਂ ਨੂੰ ਆਪਣੇ ਆਪ ਨੂੰ ਵੀ ਬਦਲਣ ਦੀ ਵੀ ਸ਼ਮਤਾ ਨਹੀਂ ਰਹਿ ਜਾਂਦੀ। ਇੱਕ ਸ਼ਕਤੀ ਹੈ ਪ੍ਰੇਮ। ਇੱਕ ਪੁਰਾਣੀ ਬੁੱਧ ਦੀ ਕਥਾ ਸੁਣਦੇ ਹੋਣੇ ਤੁਸੀਂ, ਜਦੋਂ ਇੱਕ ਪੰਛੀ ਨੂੰ ਮਾਰਿਆ ਕਿਸੇ ਸ਼ਿਕਾਰੀ ਨੇ ਤੇ ਗੌਤਮ ਬੁੱਧ ਨੇ ਉਹਨੂੰ ਸੰਭਾਲ ਲਿਆ। ਤੇ ਪੰਛੀ ਆਇਆ, ਉਹਨੇ ਕਿਹਾ ਜੀ ਮੈਂ ਮਾਰਿਆ ਇਹਨੂੰ, ਇਹ ਮੇਰਾ ਹੈ। ਤੇ ਬੁੱਧ ਕਹਿੰਦਾ ਜੋ ਪਾਲਦਾ ਉਹਦਾ ਹੁੰਦਾ ਹੈ, ਜੋ ਮਾਰਦਾ ਉਹਦਾ ਕੋਈ ਨਹੀਂ ਹੁੰਦਾ। ਅਸੀਂ ਕਿਹੜੀ ਜੀ ਕੌਮ ਆ, ਪਾਲਣ ਵਾਲੀ ਆ ਕਿ ਮਾਰਨ ਵਾਲੀ ਆ? ਦੇਖੋ, ਮਹਾਰਾਜ ਨੇ ਕਰਤੇ ਦੀ ਗੱਲ ਕੀਤੀ, ਕਰਤਾ ਪੁਰਖ ਦੀ ਗੱਲ ਕੀਤੀ। ਪੁਰਖ ਉਹ ਹੈ ਜੋ ਇੱਕ ਕਬ ਆਦ ਦੀ ਗੱਲ ਜਦੋਂ ਗੁਰੂ ਸਾਹਿਬ ਕਰਦੇ ਆ, ਜਦੋਂ ਸਮਾਂ ਨਹੀਂ ਉਸ ਤੋਂ ਪਹਿਲੇ ਦੀ ਗੱਲ ਕਰਦੇ। ਤਾਂ ਸਤਨਾਮ ਚੋਂ ਇੱਕ ਸੱਤ ਇਹ ਵੀ ਹੈ ਕਿ ਜਦੋਂ ਨਹੀਂ ਸ੍ਰਿਸ਼ਟੀ ਤਾਂ ਵੀ ਸੱਤ ਹੈ, ਜਦੋਂ ਨਹੀਂ ਸ੍ਰਿਸ਼ਟੀ ਤਾਂ ਵੀ ਨਾਮ ਹੈ, ਜਦੋਂ ਸਾਰੀ ਬਣਤ ਨਹੀਂ ਹੈ, ਪਸਾਰਾ ਹੀ ਨਹੀਂ ਹੈ, ਫਿਰ ਵੀ ਉਹ ਹੈ। ਆਦ ਸੱਚ ਹੈ। ਇਹ ਅੱਗੇ ਮਹਾਰਾਜ ਸਮਝਾਣਗੇ ਸਾਨੂੰ। ਤਾਂ ਪੁਰਖ ਜੋ ਹੈ, ਜੋ ਆਦ ਤੋਂ ਹੈ, ਜਿਸ ਤੋਂ ਸਾਰੀ ਕ੍ਰੀਏਸ਼ਨ ਹੈ, ਸਾਰੀ ਸ੍ਰਿਸ਼ਟੀ ਵਿੱਚ ਉਹ ਸਮਾਇਆ ਹੈ, ਜਦੋਂ ਤੋਂ ਉਹਨੇ ਕਰਤਾ ਬਣ ਕੇ ਉਹਦੇ ਵਿੱਚ ਵਿਆਪਕ ਹੋ ਗਿਆ। ਤਾਂ ਉਸ ਪੁਰਖ ਨੂੰ ਅਸੀਂ ਜਾਣਨਾ ਹੈ ਜੋ ਕ੍ਰੀਏਟਰ ਹੈ। ਤੇ ਦੇਖਣਾ, ਜਦੋਂ ਆਰਟਿਸਟ ਜਿਹੜੇ ਨੇ ਉਹ ਜ਼ਿਆਦਾ ਇਨਕਲਾਈਨਡ ਰਹਿਣਗੇ, ਕਿਉਂਕਿ ਉਹਨਾਂ 'ਚ ਸੈਂਸਿਟਿਵਿਟੀ ਜ਼ਿਆਦਾ ਹੁੰਦੀ ਹੈ। ਦੂਸਰੀ ਕ੍ਰੀਏਟਿਵਿਟੀ ਜਿਹੜੀ ਆ ਉਹ ਆਪਣੇ ਤੋਂ ਨਹੀਂ ਆਉਂਦੀ, ਉਹ ਫਲੋ ਕਰਦੀ ਹੈ। ਆਰਟਿਸਟ ਨੂੰ ਪਤਾ ਨਹੀਂ ਰਹਿੰਦਾ ਕਿ ਕਦੋਂ ਕ੍ਰੀਏਟਿਵਿਟੀ ਆਈ, ਉਹ ਅਲਾਉ ਕਰਦਾ ਕ੍ਰੀਏਟਿਵਿਟੀ ਨੂੰ ਫਲੋ ਕਰਨ ਲਈ। ਤਾਂ ਆਰਟ ਦੇ ਨੇੜੇ ਰਵਾਂਗੇ, ਮਨ ਹਲਕਾ ਰਹੇਗਾ, ਮਨ ਵਿੱਚ ਰਿਲੈਕਸੇਸ਼ਨ ਦੀ ਐਬਿਲਿਟੀ ਰਹੇਗੀ। ਉਹਨੇ ਜੇ ਕਿਧਰ ਬਹਿ ਜਾਈ, ਕਿਧਰੇ ਵਿਚਾਰ ਕਰਨੀ ਸੀ। ਅੱਜ ਪੁਰਖ ਦੀ ਤਾਂ ਘੱਟ ਕੀਤੀ ਕਿਉਂਕਿ ਲੋੜ ਵੀ ਨਹੀਂ ਸੀ। ਸਿੰਪਲ ਹੈ। ਕਰਤਾ ਦੀ ਜੋ ਹੈ ਗੱਲ, ਉਹਦੇ 'ਚ ਕੌਨਫਲਿਕਟ ਹੈ ਮੇਰੇ ਮਨ ਵਿੱਚ ਕਿ ਕਰਨ ਵਾਲਾ ਉਹ ਹੈ ਤੇ ਮੈਂ ਕੀ ਕਰਨਾ ਹੈ, ਔਰ ਮੈਂ ਅਗਰ ਕਰਨਾ ਹੀ ਨਹੀਂ ਤੇ ਫਿਰ ਹੈ ਕੀ ਹੈ ਸਾਰੀ ਗੱਲ। ਇਹ ਮੈਂ ਸਮਝਦਾ ਕਿ ਇਹਦੇ ਤੇ ਥੋੜਾ ਫੋਕਸ ਕਰਨ ਦੀ ਲੋੜ ਸੀ। ਮੈਨੂੰ ਇਹ ਭਾਵ ਆਇਆ। ਉਮੀਦ ਕਰਦਾ ਆਪ ਨੂੰ ਸਮਝ ਆਈ ਹੋਏ। ਜੇ ਆਪ ਕੋਈ ਹੋਰ ਕੁਝ ਐਡ ਕਰਨਾ ਚਾਹੋ ਜਾਂ ਕੋਈ ਪ੍ਰਸ਼ਨ ਹੋਣ ਮਹਾਰਾਜ, ਕੋਈ ਗਲਤੀਆਂ ਹੋਣ ਤਾਂ ਖਿਮਾ ਕਰ ਦੇਣਾ। ਗੁਰੂ ਸਾਹਿਬ ਹਾਜ਼ਰ ਨਾਜ਼ਰ ਜਾਣ ਕੇ ਮਾਫੀ ਦੇ ਦੇਣ। ਵਿਚਾਰ ਕੁਝ ਕਰਨਾ ਚਾਹੋ ਤੇ ਪਲੀਜ਼। ਆਦ ਦੀ ਗੱਲ ਜਦੋਂ ਗੁਰੂ ਸਾਹਿਬ ਕਰਦੇ ਆ, ਜਦੋਂ ਸਮਾਂ ਨਹੀਂ ਉਸ ਤੋਂ ਪਹਿਲੇ ਦੀ ਗੱਲ ਕਰਦੇ। ਤਾਂ ਸਤਨਾਮ ਚੋਂ ਇੱਕ ਸੱਤ ਇਹ ਵੀ ਹੈ ਕਿ ਜਦੋਂ ਨਹੀਂ ਸ੍ਰਿਸ਼ਟੀ ਤਾਂ ਵੀ ਸੱਤ ਹੈ, ਜਦੋਂ ਨਹੀਂ ਸ੍ਰਿਸ਼ਟੀ ਤਾਂ ਵੀ ਨਾਮ ਹੈ, ਜਦੋਂ ਸਾਰੀ ਬਣਤ ਨਹੀਂ ਹੈ, ਪਸਾਰਾ ਹੀ ਨਹੀਂ ਹੈ, ਫਿਰ ਵੀ ਉਹ ਹੈ।
ਆਦ ਸੱਚ ਹੈ। ਇਹ ਅੱਗੇ ਮਹਾਰਾਜ ਸਮਝਾਣਗੇ ਸਾਨੂੰ। ਤਾਂ ਪੁਰਖ ਜੋ ਹੈ, ਜੋ ਆਦ ਤੋਂ ਹੈ, ਜਿਸ ਤੋਂ ਸਾਰੀ ਕ੍ਰੀਏਸ਼ਨ ਹੈ, ਸਾਰੀ ਸ੍ਰਿਸ਼ਟੀ ਵਿੱਚ ਉਹ ਸਮਾਇਆ ਹੈ, ਜਦੋਂ ਤੋਂ ਉਹਨੇ ਕਰਤਾ ਬਣ ਕੇ ਉਹਦੇ ਵਿੱਚ ਵਿਆਪਕ ਹੋ ਗਿਆ। ਤਾਂ ਉਸ ਪੁਰਖ ਨੂੰ ਅਸੀਂ ਜਾਣਨਾ ਹੈ ਜੋ ਕ੍ਰੀਏਟਰ ਹੈ,